ਹਾਂਜੀ ਹਾਂਜੀ ਵੀਰ ਜੀ, ਹਾਂਜੀ। ਅੱਜ ਆਪਾਂ ਜਿਹੜੇ ਹੈਗੇ ਗੋਂਡ ਰਾਗ ਦੇ ਵਿੱਚ ਜਿਹੜੇ ਕਬੀਰ ਜੀ ਦੀ ਬਾਣੀ ਲੈ ਰਹੇ ਸੀਗੇ, ਗੋਂਡ ਰਾਗ ਦੇ ਵਿੱਚ ਉਹਨਾਂ ਦਾ ਆਖਰੀ ਸ਼ਬਦ ਲੈ ਰਹੇ ਹਾਂ ਅੱਜ। 11ਵਾਂ ਸ਼ਬਦ ਗੋਂਡ ਰਾਗ ਦੇ ਵਿੱਚ 3 ਸ਼ਬਦਾਂ ਦੀ ਲੜੀ ਸੀ, ਉਸ ਤੋਂ ਬਾਅਦ 8 ਸ਼ਬਦਾਂ ਦੀ ਲੜੀ ਖਤਮ ਹੋ ਰਹੀ ਹੈ। ਇਸ ਤੋਂ ਬਾਅਦ ਨਾਮਦੇਵ ਜੀ ਦਾ ਸ਼ਬਦ ਆਏਗਾ। ਅੰਗ 873 873 ਗੋਂਡ ਤਨ। ਇਹਦੇ ਵਿੱਚ ਜਿਹੜੇ ਆਪਣੇ ਕਬੀਰ ਜੀ ਜਿਹੜੇ ਆਪਾਂ ਨੂੰ ਇਹ ਮਾਲਕ ਪਰਮਾਤਮਾ ਨੇ ਜਿਹੜਾ ਹੈਗਾ ਭੋਜਨ ਜਿਹੜਾ ਹੈਗਾ ਆਪਣੇ ਸਰੀਰ ਨੂੰ ਚਲਾਉਣ ਦੇ ਵਾਸਤੇ ਦਿੱਤਾ ਹੈ। ਭੋਜਨ ਮਾਲਕ ਪਰਮਾਤਮਾ ਨੇ ਉਹ ਜਿਹੜਾ ਹੈਗਾ ਉਹਦੇ ਬਾਰੇ ਆਪਾਂ ਨੂੰ ਗਿਆਨ ਦੇ ਰਹੇ ਕਬੀਰ ਜੀ। ਪਰਮਿੰਦਰ ਸਿੰਘ ਜੀ, ਤੁਹਾਡਾ ਨਾ ਹੱਥ ਦਾ ਨਿਸ਼ਾਨ ਆ ਰਿਹਾ, ਉਹਨੂੰ ਬੰਦ ਕਰ ਦਿਓ। ਗੋਂਡ ਧੰਨ ਗੋਪਾਲ ਧੰਨ ਗੁਰਦੇਵ। ਕਹਿੰਦੇ ਧੰਨ ਉਹ ਮਾਲਕ ਪਰਮਾਤਮਾ, ਉਹ ਪਰਮਾਤਮਾ ਤਾਨਿਆ। ਕਹਿੰਦੇ ਸਭ ਤੋਂ ਪਹਿਲਾਂ ਪਰਮਾਤਮਾ ਤਾਨਿਆ ਅਤੇ ਉਸ ਤੋਂ ਬਾਅਦ ਜਿਹੜਾ ਹੈਗਾ ਗੁਰਦੇਵ ਤਾਨਿਆ ਪਾਏ। ਬ੍ਰਹਮ ਗਿਆਨੀ ਇਹ ਗੁਰੂ ਇਹ ਧੰਨ ਹੈਗੇ, ਕਿਉਂਕਿ ਜਿਨ੍ਹਾਂ ਦੇ ਦੁਆਰਾ ਜਿਹੜਾ ਹੈਗਾ ਮਾਲਕ ਬੋਲਦਾ ਆ, ਜਿਨ੍ਹਾਂ ਦੇ ਜਿਹੜੇ ਆਪਾਂ ਨੂੰ ਰਸਤਾ ਦਿਖਾਉਂਦੇ ਆ। ਕਿਸੇ ਨੇ ਮਾਈਕ ਖੋਲਤਾ ਜੀ ਆਪਣਾ। ਇਹ ਹੱਥ ਦਾ ਨਿਸ਼ਾਨ ਐਸਾ ਕਿੱਥੋਂ ਬੰਦ ਹੋਊ? ਮੈਂ ਚਾਲੂ ਕੀਤਾ ਉਹ ਥੱਲਿਓਂ ਬੰਦ ਹੋਣਾ। ਥੱਲਿਓਂ ਦੇਖੋ, ਤੁਹਾਡੇ ਥੱਲੇ ਪੰਜਾ ਜਿਹਾ ਬਣਿਆ ਹੁੰਦਾ ਹੈ, ਸਭ ਤੋਂ ਥੱਲੇ ਦੇਖੋਗੇ ਤੇ ਉਹ ਬੰਦ ਕਰ ਦਿਓ। ਨਹੀਂ ਹੁੰਦਾ ਤੇ ਨਾ ਸਹੀ। ਚੰਗਾ। ਹਾਂਜੀ। ਧੰਨ ਧੰਨ ਗੋਪਾਲ ਧੰਨ ਗੁਰਦੇਵ, ਧੰਨ ਅਨਾਦ ਭੂਖੇ ਟਹਿਲ ਟਹਿ ਕੇਵ। ਕਬੀਰ ਜੀ ਕਹਿੰਦੇ ਆ ਉਹ ਮਾਲਕ ਪਰਮਾਤਮਾ ਧੰਨਿਆ, ਜਿਹਨੇ ਆ ਸ੍ਰਿਸ਼ਟੀ ਬਣਾਈ, ਜਿਹਨੇ ਮੈਨੂੰ ਬਣਾਇਆ, ਜਿਹਨੇ ਮੈਨੂੰ ਜਿਹੜਾ ਹੈਗਾ ਚਾਂਸ ਦਿੱਤਾ, ਦੁਨੀਆ ਦੇ ਵਿੱਚ ਭੇਜਿਆ ਔਰ ਮੈਨੂੰ ਆ ਗਿਆਨ ਦੇ ਰਿਹਾ ਮਾਲਕ ਪਰਮਾਤਮਾ। ਉਹ ਗੁਰੂ ਦੇ ਦੁਆਰਾ ਉਹ ਵੀ ਤਾਨਿਆ ਪਾਏ, ਗੁਰਦੇਵ ਵੀ ਤਾਨਿਆ। ਧੰਨ ਅਨਾਦ ਭੂਖੇ ਟਹਿਲ ਟਹਿ ਕੇਵ। ਤਾਨੇ ਅਨਾਜ ਹੈਗਾ ਜਿਹਦੇ ਨਾਲ ਮੇਰੀ ਭੁੱਖ ਦੂਰ ਹੋ ਜਾਂਦੀ ਆ, ਮੇਰਾ ਮਨ ਜਿਹੜਾ ਹੈਗਾ ਖੁਸ਼ਹਾਲੀ ਦੇ ਵਿੱਚ ਆ ਜਾਂਦਾ ਹੈ, ਟਹਿਕਣ ਲੱਗ ਪੈਂਦਾ ਹੈ। ਜੇ ਅਨਾਜ ਹੀ ਨਾ ਖਾਈਏ ਆਪਾਂ ਤੇ ਦੇਖੋ ਕਿਸ ਤਰ੍ਹਾਂ ਟਹਿਕ ਸਕਦੇ ਹਾਂ, ਕਿਸ ਤਰ੍ਹਾਂ ਆਪਾਂ ਖੁਸ਼ ਰਹਿ ਸਕਦੇ ਹਾਂ, ਕਿਵੇਂ ਬੋਲ ਸਕਦੇ ਹਾਂ। ਕਹਿੰਦੇ ਅਨਾਜ ਇਹ ਤਾਨਿਆ ਅਨਾਜ। ਤਾਨੋ ਸੰਤ ਜਿਨ ਐਸੀ ਜਾਨੀ। ਤਾਨੋ ਸੰਤ ਹੈਗੇ ਜਿਨ੍ਹਾਂ ਨੇ ਆਹ ਗੱਲ ਸਮਝ ਲਈ ਬਈ ਉਹ ਮਾਲਕ ਪਰਮਾਤਮਾ, ਉਹਦੀ ਭਗਤੀ ਕਰਨੀ ਚਾਹੀਦੀ ਆ ਔਰ ਉਹਦੇ ਵਾਸਤੇ ਜਿਹੜਾ ਹੈਗਾ ਗਿਆਨ ਲੈਣਾ ਚਾਹੀਦਾ ਹੈ ਬ੍ਰਹਮ ਗਿਆਨੀਆਂ ਕੋਲੋਂ। ਔਰ ਇਹ ਅਨਾਜ ਜਿਹੜਾ ਹੈਗਾ ਇਹਨੂੰ ਜਿਹੜਾ ਹੈਗਾ ਇਹ ਛੱਡਣਾ ਨਹੀਂ ਚਾਹੀਦਾ। ਇਹ ਜਿਹੜਾ ਹੈਗਾ ਆਪਾਂ ਨੂੰ ਜਿਹੜਾ ਹੈਗਾ ਸਰੀਰ ਨੂੰ ਜਿਹੜਾ ਹੈਗਾ ਤੰਦਰੁਸਤ ਰੱਖਣ ਦੇ ਵਾਸਤੇ, ਭਗਤੀ ਕਰਨ ਦੇ ਵਾਸਤੇ ਇਹ ਅਨਾਜ ਲੈਣਾ ਚਾਹੀਦਾ ਹੈ। ਉਹ ਸੰਤ, ਉਹ ਭਗਤ, ਉਹ ਜਿਹੜੇ ਹੈਗੇ ਸਾਧੂ ਧੰਨਿਆ ਕਹਿੰਦੇ ਉਹ ਵੀ, ਜਿਨ੍ਹਾਂ ਨੇ ਆਹ ਗੱਲ ਸਮਝ ਲਈ। ਤਿੰਨ ਕੋ ਮਿਲਬੋ ਸਾਰੰਗ ਪਾਣੀ। ਜਿਸ ਇਨਸਾਨ ਨੇ ਆਹ ਗੱਲ ਸਮਝ ਲਈ ਕਿ ਪਰਮਾਤਮਾ ਸਭ ਤੋਂ ਸੁਪਰੀਮ ਹੈਗਾ, ਉਸ ਤੋਂ ਬਾਅਦ ਬ੍ਰਹਮ ਗਿਆਨੀ ਹੈਗੇ ਗੁਰੂ, ਔਰ ਉਸ ਤੋਂ ਬਾਅਦ ਜਿਹੜੇ ਹੈਗੇ ਆ ਉਸ ਤੋਂ ਬਾਅਦ ਔਰ ਸਰੀਰ ਨੂੰ ਚਲਾਉਣ ਵਾਸਤੇ ਭੋਜਨ ਚਾਹੀਦਾ ਹੈ। ਜਿਹੜੇ ਸੰਤ ਜਿਹੜੇ ਹੈਗੇ ਜਿਨ੍ਹਾਂ ਨੇ ਆਹ ਗੱਲ ਸਮਝ ਲਈ ਉਹ ਸਾਧੂ ਆ ਭਾਈ, ਔਰ ਉਹਨਾਂ ਨੂੰ ਇਹ ਭਗਤੀ ਕਰਨ ਲੱਗ ਪੈਣਗੇ ਔਰ ਉਹਦੇ ਦੁਆਰਾ ਉਹਨਾਂ ਨੂੰ ਉਹ ਸਾਰੰਗ ਪਾਣੀ, ਉਹ ਮਾਲਕ ਪਰਮਾਤਮਾ ਮਿਲ ਜਾਏਗਾ, ਉਹਨੂੰ ਪਾ ਲੈਣਗੇ। ਉਹ ਆਦਿ ਪੁਰਖ ਤੇ ਹੋਏ ਅਨਾਦ। ਕਹਿੰਦੇ ਅਨਾਜ ਕਿੱਥੋਂ ਪੈਦਾ ਹੁੰਦਾ ਹੈ? ਕਹਿੰਦੇ ਮਾਲਕ ਪਰਮਾਤਮਾ ਨੇ ਪਹਿਲਾਂ ਅਨਾਜ ਪੈਦਾ ਕੀਤਾ, ਫਿਰ ਇਨਸਾਨ ਭੇਜਿਆ ਹੈ, ਫਿਰ ਜੀਵ ਭੇਜਿਆ। ਕਹਿੰਦੇ ਉਸ ਤੋਂ ਪੈਦਾ ਹੁੰਦਾ ਹੈ ਅਨਾਜ ਭਾਈ, ਉਸ ਮਾਲਕ ਪਰਮਾਤਮਾ ਤੋਂ ਅਨਾਜ ਪੈਦਾ ਹੁੰਦਾ ਹੈ। ਆਦਿ ਪੁਰਖ ਤੇ ਹੋਏ ਅਨਾਜ, ਜਪੀਏ ਨਾਮ ਅੰਨ ਕੈ ਸਾਧ। ਭਾਈ ਪ੍ਰਸ਼ਾਦਾ ਛਕ ਕੇ ਜਿਹੜਾ ਹੈਗਾ ਨਾਮ ਜਪੋ, ਅੰਨ ਦੇ ਨਾਲ ਨਾਮ ਜਪੋ। ਭੁੱਖੇ ਭਗਤ ਨਾ ਹੋਏ, ਜਿਹੜਾ ਹੈਗਾ ਭੁੱਖੇ ਭਗਤ ਨਾ ਕੀਜੈ, ਇਹ ਮਾਲਾ ਆਪਣੀ ਲੀਜੈ।
ਕਬੀਰ ਜੀ ਕਹਿੰਦੇ ਆ। ਇਸ ਕਰਕੇ ਭਾਈ ਇਹ ਆਪਾਂ ਨੂੰ ਬਿਲਕੁਲ ਕ੍ਰਿਸਟਲ ਕਲੀਅਰ ਰਸਤਾ ਦੱਸਿਆ ਹੋਇਆ। ਪਰਮਾਤਮਾ ਦੀ ਭਗਤੀ ਕਰਨੀ ਆ ਔਰ ਬ੍ਰਹਮ ਗਿਆਨੀਆਂ ਤੋਂ ਗਿਆਨ ਲੈਣਾ ਆ ਔਰ ਪ੍ਰਸ਼ਾਦਾ ਪਾਣੀ ਜਿਹੜਾ ਹੈਗਾ ਮਿਨੀਮਮ ਜਿੰਨਾ ਕੁ ਜ਼ਰੂਰਤ ਹੈ ਸਰੀਰ ਨੂੰ ਓਨਾ ਕੁ ਲੈਣਾ ਹੈ। ਹਾਂਜੀ ਵੀਰ ਜੀ। ਹਾਂਜੀ ਜੀ ਸਰ, ਪਹਿਲੀ ਤੋਂ ਕੋ ਬੋਲਦੇ ਹੋ? ਧੰਨ ਗੋਪਾਲ, ਧੰਨ ਗੁਰਦੇਵ, ਧੰਨੋ ਗੋਪਾਲ, ਸਾਰਿਆਂ ਨੂੰ ਪਾਲਣ ਵਾਲਾ, ਧਰਤੀ ਨੂੰ ਪਾਲਣ ਵਾਲਾ ਧੰਨ ਆ। ਔਰ ਧੰਨ ਉਹ ਗੁਰਦੇਵ ਹੈ ਜਿਹੜੇ ਕਿ ਬ੍ਰਹਮ ਗਿਆਨੀ, ਜਿਹੜੇ ਸਾਨੂੰ ਗਿਆਨ ਦਿੰਦੇ ਆ। ਹਾਂਜੀ ਵੀਰ ਜੀ। ਠੀਕ ਹੈ ਜੀ। ਧੰਨ ਗੁਰਦੇਵ ਅਤੀ ਰੂਪ ਵਿੱਚ ਇੱਕ ਸੈਕਿੰਡ ਇਹ 873 ਅੰਗ ਦੇ ਉੱਤੇ ਹੈਗਾ ਜੀ। ਹਾਂ, ਮੈਨੂੰ ਲੱਗਦਾ ਅਗਲੇ ਚੱਲ ਗਏ ਤੁਸੀਂ। 11ਵਾਂ। ਠੀਕ ਹੈ ਜੀ। ਹਾਂਜੀ ਹਾਂ ਠੀਕ ਹੈ ਜੀ। ਕਹਿੰਦੇ ਧੰਨ ਗੋਪਾਲ, ਧੰਨ ਗੁਰਦੇਵ, ਧੰਨ ਅਨਾਦ ਭੂਖੇ ਕਵਲ ਟਹਿਕੇ। ਮੇਰਾ ਕਵਲ, ਹਿਰਦਾ ਕਵਲ ਟਹਿਕਣ ਲੱਗ ਪੈਂਦਾ, ਚਹਿਕਣ ਲੱਗ ਪੈਂਦਾ। ਠੀਕ ਹੈ ਨੀਜੇ ਸਾਹਿਬ, ਥੋੜੀ ਜਿਹੀ ਦੁਬਾਰਾ ਫੇਰ ਕਰੋ ਕਥਾ ਦੀ। ਹਾਂਜੀ, ਧੰਨ ਗੋਪਾਲ ਕਹਿੰਦੇ ਧੰਨ ਆ ਉਹ ਧਰਤੀ ਦਾ ਪਾਲਣ ਵਾਲਾ, ਦੁਨੀਆ ਬਣਾਉਣ ਵਾਲਾ, ਸਾਨੂੰ ਪਾਲਣ ਵਾਲਾ, ਦੁਨੀਆ ਬਣਾ ਕੇ ਸਾਨੂੰ ਪਾਲਣ ਵਾਲਾ ਮਾਲਕ ਪਰਮਾਤਮਾ ਸਭ ਤੋਂ ਪਹਿਲਾਂ ਉਹ ਧੰਨ ਆ। ਉਹਦੀ ਭਗਤੀ ਕਰਨੀ ਆਪਾਂ ਨੇ, ਉਹਨੂੰ ਧੰਨ ਕਹਿਣਾ ਹੈ। ਉਸ ਤੋਂ ਬਾਅਦ ਆਪਾਂ ਨੇ ਗੁਰਦੇਵ ਨੂੰ, ਬ੍ਰਹਮ ਗਿਆਨੀਆਂ ਨੂੰ, ਗੁਰੂ ਨੂੰ, ਜਿਸ ਚੋਂ ਆਪਾਂ ਨੂੰ ਗਿਆਨ ਮਿਲ ਰਿਹਾ ਉਸ ਮਾਲਕ ਪਰਮਾਤਮਾ ਦਾ, ਉਹਨੂੰ ਧੰਨ ਕਹਿਣਾ ਹੈ। ਔਰ ਇਸ ਤੋਂ ਬਾਅਦ ਧੰਨ ਅਨਾਦ ਆ। ਧੰਨ ਉਹ ਖਾਣਾ ਭੋਜਨ ਜਿਹਦੇ ਨਾਲ ਮੇਰਾ ਮਨ ਜਿਹੜਾ ਹੈਗਾ ਟਹਿਕਣ ਲੱਗ ਜਾਂਦਾ ਹੈ ਅਤੇ ਭਗਤੀ ਕਰਨ ਨੂੰ ਮਨ ਜਿਹੜਾ ਹੈਗਾ ਤਾਂ ਹੀ ਭਗਤੀ ਕਰੂਗਾ ਜੇ ਢਿੱਡ ਦੇ ਵਿੱਚ ਕੁਛ ਹੋਊਗਾ ਭਾਈ। ਧੰਨ ਇਹ ਸੰਤ ਜਿਨ ਐਸੀ ਜਾਣੀ, ਤਿਨ ਕੋ ਮਿਲਬੋ ਸਾਰੰਗ ਪਾਣੀ। ਧੰਨ ਕਹਿੰਦੇ ਉਹ ਸਾਧੂ ਹੈਗੇ, ਸਾਧਨਾ ਕਰਨ ਵਾਲੇ, ਜਿਨ੍ਹਾਂ ਨੇ ਆਹ ਗੱਲ ਜਾਣ ਲਈ। ਆਪਾਂ ਹੁਣ ਸਾਧ ਸੰਗਤ ਦੇ ਵਿੱਚ ਬੈਠੇ ਹਾਂ, ਧੰਨ ਹੈ ਸਾਧ ਸੰਗਤ ਪਾਈ ਜਿਨ੍ਹਾਂ ਨੇ ਆਹ ਗੱਲ ਸਮਝ ਲਈ। ਤਿਨ ਕੋ ਮਿਲਬੋ ਸਾਰੰਗ ਪਾਣੀ, ਉਹਨਾਂ ਨੂੰ ਉਹ ਮਾਲਕ ਪਰਮਾਤਮਾ ਮਿਲੂਗਾ ਭਾਈ। ਹਾਂਜੀ ਵੀਰ ਜੀ। ਠੀਕ ਹੈ ਜੀ। ਕਹਿੰਦੇ ਧੰਨ ਗੋਪਾਲ, ਧੰਨ ਗੁਰਦੇਵ, ਧੰਨ ਅਨਾਦ ਭੂਖੇ ਕਵਲ ਟਹਿਕੇ। ਠੀਕ ਹੈ ਜੀ। ਇਹ ਸਾਧ ਸੰਗਤ ਜੀ ਉਹ ਕਹਿ ਰਹੇ ਨੇ, ਸਭ ਤੋਂ ਪਹਿਲਾਂ ਤੇ ਉਹ ਪ੍ਰਮਾਤਮਾ ਦਾ ਧੰਨਵਾਦ ਕਰਦੇ ਨੇ, ਫਿਰ ਉਸ ਤੋਂ ਬਾਅਦ ਗੁਰਦੇਵ ਦਾ ਧੰਨਵਾਦ ਕਰਦੇ ਨੇ, ਜਿਹੜੇ ਜਿਨ੍ਹਾਂ ਨੇ ਉਹਨਾਂ ਨੂੰ ਮਾਰਗ ਦਰਸ਼ਨ ਕੀਤਾ ਹੈ। ਕਿਉਂਕਿ ਦੱਸਿਆ ਤੇ ਕਿਸੇ ਨੇ ਤੇਰੀ ਪਤਾ ਲੱਗਿਆ। ਉਹਦਾ ਕਿੱਦਾਂ ਪਤਾ ਲੱਗਦਾ? ਬਿਲਕੁਲ। ਜੇ ਪਤਾ ਹੋਵੇ ਤਾਂ ਆਪਾਂ ਡਾਇਰੈਕਟ ਕਿਉਂ ਨਹੀਂ ਪਹੁੰਚ ਜਾਂਦੇ? ਅਸਕਰ ਕੋਈ ਮੋਟੀਵੇਸ਼ਨ ਤੇ ਹੈ ਹੀ ਹੈ ਨਾ, ਤਾਂ ਹੀ ਉਹ ਉਹਨਾਂ ਨੂੰ ਮਾਰਗ ਦਰਸ਼ਨ ਨੂੰ, ਗਾਈਡ ਵਾਲਿਆਂ ਨੂੰ ਬਹੁਤ ਜ਼ਿਆਦਾ ਬਾਣੀ ਦੇ ਵਿੱਚ ਉਹਨਾਂ ਦਾ ਸਨਮਾਨ ਕਰਦੇ। ਉਹ ਕਹਿੰਦੇ ਕਿ ਜਿੰਨੇ ਸਾਨੂੰ, ਕੱਲ ਬਾਣੀ ਚ ਵੀ ਮੈਂ ਸੁਣ ਲਿਆ ਸੀ ਕੀਰਤਨ, ਭੂਲ ਲਏ ਮਾਰਗ ਜਿਨੇ ਬਤਾਇਆ ਐਸਾ ਗੁਰਵਡ ਭਾਗੀ ਪਾਇਆ। ਹਾਂ, ਇਹ ਕਹਿੰਦੇ ਕਿ ਭੂਲਾ ਮਾਰਗ, ਮਤਲਬ ਮਾਰਗ ਸੀ, ਬੰਦ ਪਿਆ ਸੀ, ਮੇਰੇ ਘਰੇ ਹੀ ਸੀ, ਮੈਨੂੰ ਪਤਾ ਹੀ ਨਹੀਂ। ਹਾਂ, ਪਰ ਜਿਹਨੇ ਦੱਸਤਾ ਤੇ ਕਹਿੰਦੇ ਮੈਂ, ਬੜੀ ਗੱਲ ਹੋ ਗਈ, ਬਹੁਤ ਉੱਚੀ ਗੱਲ ਹੋ ਗਈ। ਉਸ ਮਾਰਗ ਨੂੰ ਦੱਸਣ ਵਾਲਾ ਜਿਹੜਾ ਬੰਦਾ ਹੁੰਦਾ, ਕਹਿੰਦੇ ਬਹੁਤ ਵੱਡੀ ਗੱਲ ਹੈ। ਉਹਦਾ ਧੰਨਵਾਦ ਕਰਦੇ ਨੇ। ਫਿਰ ਉਹ ਕਹਿੰਦੇ ਨੇ ਧੰਨ ਅਨਾਦ ਭੂਖੇ ਕਵਲ ਟਹਿਕੇ। ਕਹਿੰਦੇ ਕਿ ਇਹ ਮਤਲਬ ਧੰਨ ਅਨਾਦ, ਇਹਦਾ ਮਤਲਬ ਕਿ ਧੰਨ ਅਨਾਦ ਭੂਖੇ ਕਵਲ ਟਹਿਕੇ, ਇਹਦਾ ਮਤਲਬ ਹੈ ਬਈ ਭੋਜਨ ਵੀ ਧੰਨ ਆ ਭਾਈ। ਇਹ ਖਾਣਾ ਤਿਆਗਣਾ ਥੋੜੀ ਨਾ ਹੈ ਬਈ ਅਸੀਂ ਜੀ ਦੁੱਧ ਦਾ ਧਾਰੀ ਹੋ ਗਏ, ਅਸੀਂ ਜੀ ਭੋਜਨ ਤਿਆਗ ਦਿੱਤਾ, ਅਸੀਂ ਤਾਂ ਜੰਗਲ 'ਚ ਚਲੇ ਗਏ। ਕਹਿੰਦੇ ਧੰਨ ਆ ਅਨਾਜ ਭਾਈ, ਜਿਹਦੇ ਨਾਲ ਮੇਰਾ ਭੁੱਖਾ ਹਿਰਦਾ ਜਿਹੜਾ ਹੈਗਾ, ਮੇਰਾ ਭੁੱਖਾ ਹਿਰਦਾ ਟਹਿਕਣ ਲੱਗ ਪੈਂਦਾ, ਮੇਰੇ ਅੰਦਰ ਖੁਸ਼ੀ ਆ ਜਾਂਦੀ, ਸ਼ਾਂਤੀ ਆ ਜਾਂਦੀ ਹੈ, ਤਾਂ ਮੈਂ ਭਗਤੀ ਕਰ ਸਕਦਾ। ਹਾਂਜੀ ਵੀਰ, ਬਿਲਕੁਲ ਸਹੀ ਹੈ। ਉਹ ਕਹਿੰਦੇ ਆ ਕਿ ਜਿਹੜਾ ਮੇਰਾ ਹਿਰਦਾ ਵਾ, ਦੇਖੋ ਆਪਾਂ ਰੋਟੀ ਖਾ ਲੈਂਦੇ ਆ, ਕਿੱਦਾਂ ਟਹਿਕਦੇ ਆ, ਤੇ ਰੋਟੀ ਨਾ ਮਿਲੇ ਕਿੱਦਾਂ ਬੁੱਝ ਜਾਂਦੇ ਆ। ਇਸੇ ਲਈ ਕਹਿੰਦੇ ਜ਼ਿੰਦਗੀ ਦੇ ਵਿੱਚ ਜਿਹੜਾ ਅੰਨ ਆ, ਭਗਵਾਨ ਆ, ਉਹਨੂੰ ਜਦੋਂ ਆਪਾਂ ਗ੍ਰਹਿਣ ਕਰਨਾ, ਉਹਨੂੰ ਬਿਲਕੁਲ ਗ੍ਰਹਿਣ ਕਰਨਾ। ਉਹਨੂੰ ਗ੍ਰਹਿਣ ਕਰਨਾ ਮਤਲਬ ਜਿੱਦਾਂ ਜੀਵਨ ਦੇ ਵਿੱਚ ਜੋ ਜੀਵਨ ਚ ਪ੍ਰਮਾਤਮਾ ਸਾਡੀ ਝੋਲੀ ਚ ਪਾਉਂਦਾ, ਉਹਨੂੰ ਗ੍ਰਹਿਣ ਕਰਦੇ ਨਾ। ਆਪਾਂ ਨਾ ਵੀ ਗ੍ਰਹਿਣ ਕਰਾਂਗੇ ਤੇ ਕੀ ਕਰ ਲਾਂਗੇ? ਰੌਲਾ ਪਾਇਆ ਕੋਈ ਫਾਇਦਾ? ਪ੍ਰਕਿਰਤੀ ਜਿਹੜੀ ਉਹ ਬਹੁਤ ਸਿਆਣੀ ਆ, ਉਹ ਜੋ ਵੀ ਕਰਦੀ ਆ ਕਾਫੀ ਹੱਦ ਤੱਕ ਉਹਨੂੰ ਪਤਾ, ਮਤਲਬ ਉੱਥੇ ਬਹੁਤ ਘੱਟ ਚਾਂਸ ਹੈ ਮਿਸਟੇਕ ਦਾ। ਇਸ ਕਰਕੇ
ਪੱਕੇ ਵਿਧਾਂਤ ਜਿਹੜੇ ਕੋਈ ਹੁੰਦੇ ਨੇ ਬੜੇ ਪੱਕੇ ਹੁੰਦੇ ਤੇ ਉਹ ਕਹਿੰਦੇ ਕਿ ਜਿਹੜਾ ਅੰਨ ਭਗਵਾਨ ਆ ਇਹ ਬਹੁਤ ਧੰਨ ਆ। ਜਦੋਂ ਮੇਰੇ ਪੇਟ 'ਚ ਚੱਲ ਜਾਂਦਾ ਹੈ ਨਾ ਤੇ ਮੇਰਾ ਇੱਕਦਮ ਹੀ ਜਿਹੜਾ ਚੇਤੇ ਆ ਨਾ ਉਹ ਭੁੱਖ ਦੇ ਵਿਚਾਰਾਂ ਤੋਂ ਮੁਕਤ ਹੋ ਜਾਂਦਾ। ਉਹ ਨਹੀਂ ਤੁਸੀਂ ਖਾਓਗੇ ਤੇ ਵੇਖੋ ਤੁਹਾਡੇ ਮਨ ਦੇ ਵਿੱਚ ਕੇਵਲ ਭੁੱਖ ਦੀ ਗੱਲ ਚੱਲਣੀ ਆ, ਭੋਜਨ ਦੇ ਬਾਰੇ ਗੱਲ ਚੱਲੂਗੀ। ਕਹਿੰਦੇ ਇਹ ਸਭ ਧੰਨ ਆ, ਇਹਨੂੰ ਖਾਣ ਤੋਂ ਬਾਅਦ ਮੇਰਾ ਜਿਹੜਾ ਹੈ ਸ਼ਾਂਤ ਹੋ ਜਾਂਦਾ ਮਨ, ਮੇਰਾ ਇੱਕ ਕਮਲ ਦੇ ਵਾਂਗੂ ਖਿੜਨ ਲੱਗ ਜਾਂਦਾ ਅੰਤਰਾ ਕਰਨ। ਅਗਲੀ ਤੋਂ ਬੋਲੋ ਨਿਜੇ ਸਾਹਿਬ। ਤਾਨੋ ਸੰਤ ਜਿਨ ਐਸੀ ਜਾਨੀ, ਕਹਿੰਦੇ ਧਾਨਿਆ ਉਹ ਸਾਧੂ ਸਾਧਨਾ ਕਰਨ ਵਾਲੇ ਭਾਈ ਸਾਧਕ ਜਿਨ੍ਹਾਂ ਨੇ ਇਹ ਗੱਲ ਸਮਝ ਲਈ। ਤਾਨੋ ਇਹ ਸੰਤ ਜਿਨ ਐਸੀ ਜਾਨੀ ਤਿੰਨ ਮਿਲਬੋ ਸਾਰੰਗ ਪਾਣੀ, ਕਹਿੰਦੇ ਉਹਨਾਂ ਨੂੰ ਫਿਰ ਉਹ ਭਗਤੀ ਕਰਨ ਲੱਗ ਪੈਣਗੇ ਤੇ ਉਹਨਾਂ ਨੂੰ ਉਹ ਮਾਲਕ ਪਰਮਾਤਮਾ ਮਿਲ ਜਾਊਗਾ। ਕਹਿੰਦੇ ਆਹ ਚੀਜ਼ਾਂ 3 ਚੀਜ਼ਾਂ ਨੂੰ ਦੇਖ ਲੈਣਗੇ, ਇੱਕ ਪਰਮਾਤਮਾ ਦੀ ਭਗਤੀ ਕਰਨੀ ਹੈ, ਦੂਜਾ ਜਿਹੜਾ ਹੈਗਾ ਬ੍ਰਹਮ ਗਿਆਨ ਲੈਣਾ ਹੈ ਗੁਰਦੇਵ ਤੋਂ, ਤੀਸਰਾ ਜਿਹੜਾ ਹੈਗਾ ਅੰਨ ਨੂੰ ਨਹੀਂ ਛੱਡਣਾ। ਹਾਂਜੀ ਵੀਰ ਜੀ ਬਿਲਕੁਲ ਠੀਕ ਹੈ ਜੀ। ਕਹਿੰਦੇ ਆ ਕਿ ਧੰਨ ਉਹ ਸੰਤ ਜਿਨ ਐਸੀ ਜਾਣ, ਉਹ ਕਹਿੰਦੇ ਆ ਕਿ ਜਿਹਨੇ ਇਸ ਚੀਜ਼ ਨੂੰ ਜਾਣ ਲਿਆ ਉਹ ਧੰਨ ਨੇ, ਧੰਦਾ ਤੇ ਯੋਗ ਨੇ, ਕੋਈ ਬਿਰਲੇ ਨੇ ਟਾਵੇਂ ਨੇ। ਤੇ ਜੇ ਕੋਈ ਇਸ ਰਾਜ ਨੂੰ ਜਾਣ ਲੈਂਦਾ ਹੈ ਤੇ ਉਹ ਵੀ ਬੜਾ ਧੰਨ ਹੈ, ਬਹੁਤ ਵੱਡੀ ਗੱਲ। ਤਾਂ ਹੀ ਬਾਣੀ ਕਹਿੰਦੀ ਕੋਟਨ ਮੇ ਕੋਈ ਵਿਰਲਾ ਹੈਗਾ ਤੇ ਜੇ ਜਾਣ ਵੀ ਲੈਂਦਾ ਹੈ ਤੇ ਬਹੁਤ ਵੱਡੀ ਗੱਲ। ਪਰਮਾਤਮਾ ਨੂੰ ਜਾਣਨਾ ਬਹੁਤ ਵੱਡੀ ਬੋਲੇ ਤੇ ਆਪ ਜਦ ਸੋਚੋ ਜਿਹੜਾ ਇੰਨਾ ਬਰੀਕ ਟਾਟੇ ਆ, ਇੰਨਾ ਸੂਖਮ ਆ ਔਰ ਆਪਣੇ ਅੰਦਰ ਸਾਰਾ ਕੁਝ ਸਮੇਟ ਕੇ ਬੈਠਾ ਹੈ ਔਰ ਇੰਨਾ ਜ਼ਬਰਦਸਤ ਇਸ ਸ਼ੋਅ ਨੂੰ ਚਲਾ ਰਿਹਾ, ਆਪਣੇ ਅੰਦਰ ਹੀ ਚਲਾ ਰਿਹਾ। ਤੇ ਜਿਹੜਾ ਉਹਨੂੰ ਜਾਣ ਲੈਂਦਾ ਹੈ ਕੋਈ ਮਾਮੂਲੀ ਗੱਲ ਹੈ, ਬਹੁਤ ਵੱਡੀ ਗੱਲ। ਜਿੱਥੇ ਕੋਈ ਵੀ ਨਹੀਂ ਜਾ ਪਰ ਉਹ ਸਾਧਕ ਪਹੁੰਚ ਜਾਂਦਾ, ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦਾ ਇੱਕਦਮ। ਉਹ ਕਹਾਣੀ ਨਹੀਂ ਸੁਣਿਆ, ਕਹਿੰਦੇ ਪਰਮਾਤਮਾ ਨੂੰ ਕਹਿੰਦੇ ਤੂੰ ਕਿੱਥੇ ਲੁਕਿਆ, ਕਹਿੰਦੇ ਤੂੰ ਬੰਦੇ ਦੇ ਵਿੱਚ ਲੁਕ ਜਾ, ਬੰਦਾ ਬਾਹਰ ਲੱਭਦਾ ਰਹਿੰਦਾ ਹੈ, ਕਿਤੇ ਆਪਣੇ ਅੰਦਰ ਨਹੀਂ ਜਾਂਦਾ। ਉਹ ਗੱਲ ਸੱਚੀ ਹੈ। ਤੁਸੀਂ ਇਹਨੂੰ ਕਹਿ ਦੋ ਕਿ ਪ੍ਰਮਾਤਮਾ ਤੁਹਾਡੇ ਅੰਦਰ ਹੈ, ਉਹ ਕਹਿੰਦਾ ਕਿਹੜਾ ਪ੍ਰਮਾਤਮਾ, ਅੰਦਰ ਹੁੰਦਾ ਤਾਂ ਕੁਝ ਨਹੀਂ ਹੈ। ਉਹ ਕਹਿੰਦੇ ਆ ਜਿੱਥੇ ਆ ਬਾਹਰ ਬਣਿਆ, ਮੈਂ ਪਾਠ ਪੜ੍ਹ ਸਕਦਾ, ਮੈਂ ਝਾੜੂ ਮਾਰ ਸਕਦਾ, ਮੈਂ ਸੇਵਾ ਕਰੂੰਗਾ, ਘਰ ਵੇਚ ਕੇ ਉੱਤੇ ਗੁਰਦੁਆਰੇ ਲਾਉਂ। ਤੇ ਜੇ ਇਹਨੂੰ ਕਹਦੇ ਕਿ ਪ੍ਰਮਾਤਮਾ ਤੇਰੇ ਅੰਦਰ ਹੈ, ਤੇਰੇ ਅੰਦਰ ਮਿਲ ਜਾਏਗਾ, ਉਹ ਕਹਿੰਦਾ ਨਹੀਂ ਹੈਗਾ। ਫਿਰ ਉਹ ਕਹਿੰਦਾ ਵਾ ਕਿ ਜੇ ਤੁਸੀਂ ਭਗਤੀ ਕਰੋ, ਧਿਆਨ ਸਿਮਰਨ ਕਰੋ, ਉਹ ਕਹਿੰਦੇ ਜੋਗ ਮਤ ਹੈ। ਤੇ ਜੇ ਉਹਨਾਂ ਨੂੰ ਕਹੋ ਤੁਸੀਂ ਬਾਣੀ ਪੜ੍ਹੋ, ਬਾਣੀ ਦੇ ਵਿੱਚ ਲਿਖਿਆ, ਉਹ ਕਹਿੰਦੇ ਨਹੀਂ ਜੀ ਸਾਨੂੰ ਤੇ ਕਿਸੇ ਨੇ ਦੱਸਿਆ ਨਹੀਂ। ਕਿਉਂਕਿ ਜਿਹੜੇ ਪੜ੍ਹਦੇ ਨੇ ਤੁਹਾਡੇ ਲਈ ਬਾਣੀ, ਉਹ ਆਪਣੀ ਮਰਜ਼ੀ ਨਾਲ ਪੜ੍ਹਦੇ ਨੇ। ਉਹ ਪੜ੍ਹਦੇ ਨੇ ਜੋ ਉਹ ਪੜ੍ਹਨਾ ਚਾਹੁੰਦੇ ਆ, ਉਹਦਾ ਮਤਲਬ ਉਹ ਕੱਢਦੇ ਨੇ ਜੋ ਉਹ ਕੱਢਣਾ ਚਾਹੁੰਦੇ ਆ। ਆਪ ਜਸਟ ਦੇਖੋ ਇੱਕ ਢੱਡਰੀਆਂ ਵਾਲਾ ਬਾਬਾ ਜਿਹਦੇ ਮਗਰ ਲੱਖਾਂ ਕਰੋੜਾਂ ਲੋਕ ਤੁਰੇ ਫਿਰਦੇ ਆ, ਔਰ ਉਹ ਬੰਦਾ ਕਹਿੰਦਾ ਕਿ ਸਮਾਧੀ ਸਮੁੱਧੀ ਕੁਛ ਨਹੀਂ ਹੁੰਦੀ। ਨਿੱਜੇ ਸਾਹਿਬ ਬਿਲਕੁਲ ਸਹੀ ਗੱਲ ਹੈ। ਆਪ ਜਸਟ ਸੋਚ, ਮੈਂ ਵੈਸੇ ਕਿ ਇਹਨੂੰ ਮਾੜਾ ਚੰਗਾ ਤੇ ਨਹੀਂ ਬੋਲਦਾ, ਪਰ ਜਿੱਥੇ ਸੱਚ ਹੈ ਨਾ, ਜੇ ਉੱਥੇ ਮੈਂ ਚੁੱਪ ਵੀ ਰਹਿਣਾ ਤੇ ਮੇਰੇ ਲਈ ਮਾੜੀ, ਬਹੁਤ ਮਾੜੀ। ਮੈਂ ਇਸ ਲਈ ਨਿੱਜਰ ਸਾਹਿਬ ਨੂੰ ਉਦੋਂ ਰਿਕਾਰਡਿੰਗ ਭੇਜੀ। ਮੈਂ ਦੇਖੋ ਇੱਕ ਬੰਦਾ ਇੰਨੇ ਵੱਡੇ ਮੁਕਾਮ ਤੇ ਪਹੁੰਚੇ ਤੇ ਕਿੱਦਾਂ ਦੀ ਗੱਲ ਕਰਦੇ, ਤੇ ਵੇਖੋ ਆਪ ਉਹ ਬੰਦਾ, ਇੱਕ ਆਮ ਬੰਦਾ ਏਦਾਂ ਬੋਲਦੇ ਨਾ ਕੋਈ ਗੱਲ ਨਹੀਂ, ਪਰ ਇੱਕ ਉਹ ਬੰਦਾ ਜਿਹੜਾ ਲੀਡ ਕਰ ਰਿਹਾ, ਸ਼ੋਅ ਨੂੰ ਰਨ ਕਰ ਰਿਹਾ, ਇੰਨੇ ਫੋਲੋਵਰ ਹੈਗੇ ਆ, ਔਰ ਉਹ ਬੰਦਾ ਕਹਿੰਦਾ ਕਿ ਮੈਂ ਕੁਟੀਆ ਢਾਹ ਕੇ ਉੱਥੇ ਅੰਬਾਂ ਦੇ ਰੁੱਖ ਲਾ ਕੇ। ਆਪਾਂ ਜਸਟ ਸੋਚੋ ਉਹ ਬੰਦਾ ਕਿੱਥੇ ਲੁਣੀ, ਉਹ ਦੂਜੇ ਜਿਹੜੇ ਉਹਦੇ ਪਿੱਛੇ ਲੱਗੇ ਉਹ ਕਿੱਧਰ ਜਾਣਗੇ। ਬਿਲਕੁਲ ਸਹੀ ਗੱਲ ਹੈ ਗੋਰਖੀ ਸਾਹਿਬ। ਜੇ ਕੋਈ ਬੰਦਾ ਇਕੱਲਾ ਜਿਹੜਾ ਹੈਗਾ ਜੋ ਮਰਜ਼ੀ ਕਰੇ, ਸਾਨੂੰ ਕੋਈ ਇਤਰਾਜ਼ ਨਹੀਂ ਹੈ, ਪਰ ਜਿਹੜੀ ਇਹ ਭੋਲੀ ਭਾਲੀ ਸੰਗਤ ਜਿਹੜੀ ਹੈਗੀ, ਭੋਲਿਆ ਭਾਲਿਆਂ ਨੂੰ ਜਿਹੜਾ ਮਿਸਗਾਈਡ ਕਰ ਰਿਹਾ, ਉਹਨਾਂ ਦਾ ਮਨੁੱਖੀ ਜੂਨ ਜਿਹੜੀ ਹੈਗੀ, ਮਨੁੱਖੀ ਜਨਮ ਜਿਹੜਾ ਹੈਗਾ, ਉਹਨੂੰ ਤੁਸੀਂ ਡਿਸਟਰਬ ਕਰ ਰਹੇ ਹੋ ਤੇ ਉਹਨਾਂ ਨੂੰ ਨੁਕਸਾਨ ਪਹੁੰਚਾ ਰਹੇ ਹੋ ਭਾਈ, ਫਿਰ ਤਾਂ ਬੋਲਣਾ ਬਣਦਾ ਹੈ। ਹਾਂ, ਕਿੰਨੀ ਦੁਨੀਆ। ਔਰ ਆਪ ਜਸਟ ਦੇਖੋ ਸਾਧ ਸੰਗਤ ਜੀ, ਇਹ ਕਿੰਨੇ ਏਦਾਂ ਦੇ ਲੋਕ ਨੇ। ਉਹ ਇੱਕ ਇਕੱਲਾ ਬੰਦਾ ਥੋੜੀ ਹੈ, ਬਹੁਤ ਬਾਣੀ ਤੈਨੂੰ ਦੇਖਿਆ, ਅਸੰਖ ਚੋਰ ਹਰਾਮਖੋਰ, ਅਸੰਖ ਗਲ ਵੱਢ ਹੱਤਿਆ ਕਮਾਏ, ਅਸੰਖ ਪਾਪੀ ਪਾਪ ਕਰ ਜਾਏ। 1-2 ਲੱਖ ਨਹੀਂ, ਕਰੋੜ ਨਹੀਂ ਕਹੇ, ਅਸੰਖ ਕਹੇ, ਗਿਣੇ ਨਹੀਂ, ਕਾਊਂਟਲੈਸ। ਪਰ ਏਦਾਂ ਦੇ ਲੋਕ ਨੇ, ਔਰ ਏਦਾਂ ਦੇ ਲੋਕ ਬਹੁਤ ਪਾਵਰਫੁਲ ਹੁੰਦੇ ਨੇ, ਕਬਜ਼ਾ ਕਰ ਲੈਂਦੇ ਨੇ ਲੋਕ। ਹੁਣ ਕੈਪਟਨ ਸਾਹਿਬ ਮਾੜਾ ਜਿਹਾ ਅੱਗੇ ਪਿੱਛੇ ਹੋਏ, ਵੇਖੋ ਕਿੱਦਾਂ ਨੇਰੀ ਆ ਗਈ ਪੰਜਾਬ, ਕਿੰਨੇ ਪ੍ਰਧਾਨ ਤੇ ਕਈ ਕੁਝ ਬਣ ਗਏ। ਇੱਕ ਇਕੱਲਾ ਬੰਦਾ ਹੀ ਸਾਰਾ ਸ਼ੋਅ ਰਨ ਕਰਦਾ ਪਿਆ।
ਮਾੜਾ ਜਿਹਾ ਪਿੱਛੇ ਹੋ ਗਿਆ, ਦੂਜੀ ਦੇਖੋ ਕਿੱਦਾਂ ਉਹ ਪਬਲਿਕ ਕਿੱਦਾਂ ਆ ਗਈ। ਔਰ ਉਹ ਪੰਜਾਬੀ ਚ ਕਹਾਵਤ ਹੈਗੀ, ਉਜੜੇ ਬਾਗ ਦੇ ਗਾਲੜ ਪਟਵਾਰੀ। ਸੱਚ ਹੈ। ਇਸੇ ਲਈ ਧਰਮ ਦੇ ਵਿੱਚ ਵੀ ਜਦੋਂ ਵੀ ਦੇਖੋ, ਹੁਣ ਦੀ ਗੱਲ ਨਹੀਂ ਹੈ, ਜਦੋਂ ਆਪਣੇ ਗੁਰੂ ਸਨ ਨਾ ਉਦੋਂ ਵੀ ਬੜਾ ਰੌਲਾ ਪਿਆ ਸੀ। ਉਹਨਾਂ ਨੇ ਵੀ ਜੋ ਕੁਝ ਦੇਖਿਆ ਨਾ, ਦੇਖੋ ਆ ਬਾਣੀ ਪੜ੍ਹੋ, ਇਤਿਹਾਸ ਪੜ੍ਹੋ, ਬਹੁਤ ਸਟਰਗਲ ਸੀ, ਬਹੁਤ ਜ਼ਿਆਦਾ ਸਟਰਗਲ। ਜਦੋਂ ਸੇਵਾ ਕਰਾਉਂਦੇ ਸਨ, ਕਿੱਦਾਂ ਲੋਕ ਚਾਹੁੰਦੇ ਸਨ ਕਿ ਕਬਜ਼ਾ ਕਰ ਲਈਏ। ਮੇਜਰ ਸਾਹਿਬ ਬਿਲਕੁਲ ਸਹੀ ਗੱਲ ਆ। ਉਦੋਂ ਹੀ ਦੇਖ ਲਓ ਜਿਹੜੇ ਹੈਗੇ 8ਵੀਂ ਪਾਤਸ਼ਾਹੀ ਜਿਹੜੀ ਹੈਗੀ, ਜਦ ਦਿੱਲੀ ਜੋਤੀ ਜੋਤ ਸਮਾ ਗਏ, ਉਦੋਂ ਕਿੰਨੀ 26 ਕਹਿੰਦੇ ਆ, 26 ਜਿਹੜੇ ਹੈਗੇ ਪ੍ਰਗਟ ਹੋ ਗਏ ਸੀਗੇ ਉੱਥੇ, ਜਿਹੜੇ ਗੁਰੂ ਬਾਬੇ ਬਕਾਲੇ। ਵੇਖ ਲਓ, ਫਿਰ ਉਹਨਾਂ ਨੇ ਕਿਹਾ ਕਿ ਜੇ ਗ੍ਰੰਥ ਸਾਹਿਬ ਤੇ ਤੁਸੀਂ ਕਬਜ਼ਾ ਤੇ ਕਰ ਲਿਆ, ਜਿਹੜੇ ਇਹਨੂੰ ਪੜ੍ਹਨਗੇ ਉਹ ਅੰਨੇ ਰਹਿਣਗੇ, ਅਕਲ ਤੋਂ ਅੰਨੇ। ਤੇ ਉਹ ਵੇਖ ਲਓ ਫਿਰ ਉੱਥੇ ਔਰ ਸਟਾਪ ਹੋ ਗਿਆ। ਉਹ ਨਦੀ ਦੀ ਧਾਰਾ ਰੁਕ ਗਈ, ਤੂੰ ਕਬਜ਼ਾ ਕਰ ਲਿਆ ਨਾ ਉੱਤੇ। ਕਬਜ਼ਾ ਜਦੋਂ ਬੰਦਾ ਕਰ ਲੈਂਦਾ ਤੇ ਫਿਰ ਕੁਛ ਹੋਰ ਹੋ ਜਾਂਦਾ। ਤੇ ਇੱਥੇ ਆਪਾਂ ਇਹ ਨੂੰ ਵਿਚਾਰ ਕਰੀਏ, ਕਹਿੰਦੇ ਆ ਕਿ ਤਿੰਨ ਕੋ ਮਿਲਬਿਓ ਸਾਰੰਗ ਪਾਣੀ। ਠੀਕ ਹੈ ਨਾ ਜੀ ਸਾਹਿਬ? ਬਿਲਕੁਲ। ਕਹਿੰਦੇ ਧੰਨ ਉਹ ਸੰਤ ਜਿਨ ਐਸੀ ਜਾਨੀ, ਤਿੰਨ ਕੋ ਮਿਲਬਿਓ ਸਾਰੰਗ ਪਾਣੀ। ਜਿਹੜੇ ਇਸ ਭੇਦ ਨੂੰ ਜਾਣਦੇ ਆ, ਜਿਹਨਾਂ ਨੂੰ ਪਤਾ ਲੱਗ ਗਿਆ, ਉਹ ਧੰਤਾ ਦੇ ਯੋਗ ਆ। ਤੇ ਸਰੰਗ ਪਾਣੀ ਕਿਹਨੂੰ ਮਿਲੂਗਾ? ਉਹਨਾਂ ਨੂੰ ਮਿਲ ਜੂਗਾ, ਔਰ ਉਹਨਾਂ ਨੂੰ ਵੀ ਮਿਲ ਜੂਗਾ। ਤੇ ਜਿਹੜੇ ਦੂਜਿਆਂ ਨੂੰ ਵੀ ਦੱਸਣਗੇ ਉਹਨਾਂ ਨੂੰ ਵੀ ਮਿਲੇਗਾ, ਗਰੰਟੀ। ਕਿਉਂਕਿ ਉਹ ਤੱਤ ਚ ਲੀਨ ਹੋਏ ਬੈਠੇ ਨੇ। ਆਪ ਇੱਕ ਬੰਦਾ ਦੇਖੋ, ਇੱਕ ਬੰਦਾ ਉਸ ਰਸਤੇ ਤੋਂ ਜਾ ਕੇ ਉਹ ਬ੍ਰਹਮ ਲੀਨ ਹੋ ਗਿਆ। ਉਹ ਬੰਦਾ ਉੱਥੋਂ ਗਾਈਡ ਕਰ ਰਿਹਾ ਬ੍ਰਹਮ ਦੇ ਵਿੱਚੋਂ, ਔਰ ਹੁਣ ਉਹ ਬੰਦਾ ਨਹੀਂ ਬੋਲਦਾ, ਬ੍ਰਹਮ ਬੋਲਦਾ ਜੋ ਉਹਦੇ ਰਾਹੀਂ। ਬਿਲਕੁਲ ਸਹੀ ਗੱਲ ਆ, ਬਿਲਕੁਲ ਸਹੀ ਗੱਲ ਆ। ਓਪਨ ਚੈਲੰਜ ਕਰ ਰਿਹਾ। ਕਬੀਰ ਜੀ ਵੀ ਕਹਿੰਦੇ ਮੈਂ ਲਾਠੀ ਫੜ ਕੇ ਚੌਂਚ ਖਲੋਤਾ, ਜਿਹਨੇ ਰੱਬ ਨੂੰ ਮਿਲਣਾ ਇੱਧਰ ਆਓ। ਚੈਲੰਜ ਕਰਦੇ ਨੇ ਅਗਲੇ ਬੰਦੇ, ਕਿਉਂਕਿ ਉਹ ਮਗਰ ਬਹੁਤ ਵੱਡਾ ਉਹਨਾਂ ਨੇ ਘਾਲਣਾ ਘਾਲੀ ਆ, ਉਹਦੀ ਕੀਮਤ ਦਿੱਤੀ ਆ ਰੱਬ ਦੀ। ਫਿਰ ਉਹ ਪਹਿਲੀ ਗੱਲ ਤੇ ਰਾਹ ਚੋਂ ਮੋੜ ਦਿੰਦਾ ਬੰਦੇ ਨੂੰ, ਲਾਲਚ ਲੁਚ ਦੇ ਕੇ ਜੋ ਭੱਜੋ। ਫਿਰ ਇਹ ਬੰਦੇ ਬੜੇ ਖਤਰਨਾਕ ਹੁੰਦੇ ਆ, ਇਹ ਜਿਹੜੇ ਜਿੰਨੇ ਮਿਲ ਗਏ ਐਸੇ ਬੰਦੇ, ਜਿਹੜੇ ਉਹਨਾਂ ਨੂੰ ਚਾਹੀਦਾ ਹੀ ਕੁਛ ਨਹੀਂ, ਉਹਨਾਂ ਨੂੰ ਰੱਬ ਚਾਹੀਦਾ। ਬਹੁਤ ਹਾਈ ਡਿਮਾਂਡ, ਮਤਲਬ ਬ੍ਰਹਮ ਦੇ ਸਾਰ ਨੂੰ ਜਾਣਨਾ ਚਾਹੁੰਦੇ। ਰੱਬ ਵੀ ਫਿਰ ਵੇਂਦਾ ਰਹਿੰਦਾ ਵਾ ਕਿ ਚੱਲ ਸ਼ਾਇਦ ਭੱਜ ਭੁੱਜ ਜਾਣ। ਔਰ ਉਹ ਬੰਦੇ ਬੜੇ ਚੀੜੇ ਹੁੰਦੇ, ਹਟਦੇ ਨਹੀਂ। ਔਰ ਫਿਰ ਉਹਨਾਂ ਦਾ ਜੀਵਨ ਦਾ ਮਕਸਦ ਹੀ ਇੱਕ ਹੁੰਦਾ, ਕੱਲਾ ਰੱਬ। ਦੇਖੋ, ਜ਼ਿੰਦਗੀ ਦੇ ਵਿੱਚ ਆਪਾਂ ਉਹ ਕੰਮ ਕਰਦੇ ਹਾਂ ਜਿਹੜੇ ਕੰਮਾਂ ਦੀ ਸਾਡੀ ਜ਼ਿੰਦਗੀ 'ਚ ਅਹਿਮੀਅਤ ਹੈ। ਜੇ ਕੋਈ ਕੰਮ ਆਪਾਂ ਕਰਦੇ ਨਾ, ਤੁਸੀਂ ਦੇਖਿਆ ਨੀ ਸਵੇਰ ਤੋਂ ਸ਼ਾਮ ਤੱਕ, ਤੇ ਆਪਾਂ ਕਹਿ ਦਿੰਦੇ ਹਾਂ ਯਾਰ, ਉਹ ਕੋਈ ਭੈਣ ਭਰਾ ਕਹਿੰਦਾ ਯਾਰ ਤੂੰ ਫੋਨ ਨੀ ਕੀਤਾ ਯਾਰ, ਮੈਂ ਡਿੱਗਦਾ ਰਿਹਾ ਤੇਰੇ ਫੋਨ ਦਾ। ਉਹ ਕਹਿੰਦਾ ਭਾਈ ਮੈਂ ਨਾ ਥੋੜਾ ਬਿਜੀ ਸਾਂ। ਉਹਦਾ ਮਤਲਬ ਇਹ ਸੀ ਕਿ ਮੈਂ ਇਹ ਨਹੀਂ ਬਿਜੀ ਸਾਂ, ਪਰ ਉਹ ਜਿਹੜਾ ਫੋਨ ਕਰਨਾ ਮੇਰੇ ਲਈ ਇੰਨਾ ਇੰਪੋਰਟੈਂਟ ਨਹੀਂ ਸੀ। ਮੇਜਰ ਸਾਹਿਬ, ਤੇ ਬਾਕੀ ਜਿਹੜੇ ਇੰਪੋਰਟੈਂਟ ਕੰਮ ਸੀ ਮੈਂ ਕੀਤੇ ਸਾਰਾ ਦਿਨ। ਤੋ ਇੱਥੇ ਬੰਦਗੀ ਵੀ ਬੰਦਾ ਜਿੰਨਾ ਚਿਰ ਇਹ ਨਹੀਂ ਸੋਚਦਾ ਨਾ ਕਿ ਮੇਰੇ ਜੀਵਨ ਦਾ ਇੱਕ ਬਹੁਤ ਵੱਡਾ ਹਿੱਸਾ ਹੈ, ਤਾਂ ਹੀ ਉਹ ਬਾਣੀ ਨੇ ਇਹ ਚੀਜ਼ ਨੂੰ ਬਿਲਕੁਲ ਰਿਜੈਕਟ ਕਰ ਦਿੱਤਾ। ਬਾਣੀ ਕਹਿੰਦੀ ਆ ਅਵਰ ਕਾਜ। ਮੇਜਰ ਸਾਹਿਬ ਤੋਂ ਬੋਲਦਾ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਆਪ ਤਸਤ ਦੇਖੋ, ਬਾਣੀ ਨੂੰ ਪੜ੍ਹਦੇ ਜੋ ਕਹਿੰਦੇ ਆ ਕਿ ਤੂੰ ਕਿਤੇ, ਸਾਨੂੰ ਪਤਾ ਹੈ ਤੂੰ ਮਾਇਆ ਦੇ ਵਿੱਚ ਆ ਜਾਣਾ ਹੈ, ਤੂੰ ਕਨਫਿਊਜ਼ ਹੋ ਜਾਣਾ, ਪਰ ਬਾਣੀ ਕਹਿੰਦੀ ਨਹੀਂ, ਤੇਰੇ ਦੂਜੇ ਕੰਮ ਉਹ ਨਹੀਂ, ਉਹ ਕਹਾਣੀ ਪੈਣੀ। ਤੇਰਾ ਜਿਹੜਾ ਜੀਵਨ ਦਾ ਮਕਸਦ ਆ ਉਹ ਬ੍ਰਹਮਲੀਨ ਹੋਣਾ ਹੈ। ਤੂੰ ਇੱਕ ਚੀਜ਼ ਨੂੰ ਮਨ ਚ ਧਾਰ ਲਾ, ਉਹ ਲਿਸਟ ਨੰਬਰ 1 ਚ ਲੈ ਕੇ ਆ ਉਹਨੂੰ, ਅਵਰ ਕਾਜ A to Z। ਉਹਨਾਂ ਨੇ ਕਿਹਾ ਹੀ ਨਹੀਂ, ਉਹਨਾਂ ਨੂੰ ਪਤਾ ਤੂੰ ਰੋਟੀ ਦਾ ਖਰਚਾ ਕਰ ਹੀ ਲੈਣਾ, ਰੋਟੀ ਜੋਗੇ ਪੈਸੇ ਵੀ ਕਮਾ ਲੈਣੇ ਆ, ਤੂੰ ਧੀਆਂ ਪੁੱਤਾਂ ਨੂੰ ਵੀ ਪਾਲ ਲੇਗਾ, ਪਰ ਇਹ ਤੈਨੂੰ ਨਹੀਂ ਮੈਂ ਕਿਹਾ। ਮੈਂ ਤੈਨੂੰ ਕਹਿੰਦਾ ਕਿ ਤੂੰ ਪਹਿਲਾਂ ਆਹ ਜਿਹੜਾ ਕੰਮ ਕਰਨਾ, ਤੇਰੀ ਜ਼ਿੰਦਗੀ ਦਾ ਜਿਹੜਾ ਮਕਸਦ ਆ। ਦੇਖੋ, ਆਪਣੀ ਜ਼ਿੰਦਗੀ ਦਾ ਜਿਹੜਾ ਮਕਸਦ ਹੈ ਨਾ, ਉਹ ਹੈ ਚੰਗਾ ਬਣਨਾ ਅੰਦਰੋਂ। ਕੱਲ ਵੀ ਵਿਚਾਰ ਕੀਤੀ ਆ, ਆਪਾਂ ਜਿਹੜਾ ਬਾਹਰੋਂ ਬਣ ਕੇ ਚੰਗੇ ਲੋਕਾਂ ਨੂੰ ਦਿਖਾਉਂਦੇ ਆ ਨਾ, ਜਿੱਦਾਂ ਆਮ ਤੁਸੀਂ ਦੇਖੋ ਬੜੇ ਦਾਨੀ ਪੁੰਨ ਕਰਨ ਵਾਲੇ ਬੜੇ ਲੋਕ ਬੈਠੇ ਨੇ, ਇੱਥੋਂ ਤੱਕ ਲੋਕਾਂ ਨੇ ਪਤਾ ਨਹੀਂ ਕਿੰਨੇ ਮੰਦਿਰ ਬਣਾ ਛੱਡੇ। ਪਰ ਇੱਥੇ ਜਿਹੜੀ ਧਰਮ ਦੀ ਇੱਕ ਅਲੱਗ ਖੇਡ ਹੈ,
ਧਰਮ ਕਹਿੰਦਾ ਕਿ ਤੂੰ ਅੰਦਰੋਂ ਕਿੱਦਾਂ ਦਾ ਹੋ, ਕਿੱਦਾਂ ਦੀ ਸੋਚ ਦਾ ਮਾਲਕ ਹੈ, ਤੇਰੇ ਅੰਦਰ ਕੀ ਹੈ, ਕਿੱਥੇ ਪਹੁੰਚਿਆ, ਉਹਦੀ ਕੀਮਤ ਆ। ਬਾਹਰ ਤੂੰ ਕੀ ਦਿਖਾ ਰਿਹਾ, ਉਹ ਧਰਮ ਉਹਦੀ ਨਜ਼ਰ 'ਚ ਏਡਾ ਮਤਲਬ ਖਾਸ ਨਹੀਂ ਹੈਗੀ ਉਹ ਚੀਜ਼ਾਂ। ਧਰਮ ਇੱਕ ਅਲੱਗ ਨਜ਼ਰ ਨਾਲ ਵੇਖਦਾ। ਧਰਮ ਬਿਲਕੁਲ ਤੁਹਾਡੇ ਅੰਦਰ ਵੜਿਆ ਹੋਇਆ। ਤੁਸੀਂ ਚੀਟਿੰਗ ਨਹੀਂ ਕਰ ਸਕਦੇ ਧਰਮ ਦੇ ਨਾਲ। ਆਮ ਬਾਹਰ ਤੌਰ ਤੇ ਮੈਂ ਚੀਟਿੰਗ ਕਰ ਸਕਦਾ, ਮੈਂ ਬਾਹਰੋਂ ਮੇਕਅਪ ਕਰ ਸਕਦਾ, ਲੋਕਾਂ ਨੇ ਉਹ ਚੀਜ਼ ਨੂੰ ਮੰਨਣਾ ਵੀ ਆ। ਹੁਣ ਤੁਸੀਂ ਬਾਬਾ ਬਣਨਾ ਹੋਵੇ, ਮੈਨੂੰ ਦਰ 1500 2000 ਮੈਂ ਸਾਰੇ ਕੱਪੜੇ ਖਰੀਦ ਲਿਆਉਣਾ, ਲੱਕੜ ਦੀਆਂ ਖੜਾਵਾਂ ਪਾਵਾਂਗਾ, ਗਲ 'ਚ 2-3 ਮਾਲਾ ਪਾ ਕੇ ਰੁਦਰਕਸ਼ ਦੀਆਂ, ਹੱਥ 'ਚ ਮੈਂ ਲੋਟਾ ਜਿਹਾ ਫੜ ਲਾਂਗਾ। ਨਿੱਜਰ ਸਾਹਿਬ ਬਿਲਕੁਲ ਸਹੀ ਗੱਲ ਆ। ਉੱਤੇ ਤਿਲਕ ਲਾਵਾਂਗਾ, ਕੱਪੜਾ ਬੋਲੋ ਕਿਹੜਾ, ਮੈਂ ਭੰਗਵੇ ਕੱਪੜੇ ਪਾਵਾਂਗਾ, ਪੂਰਾ ਅਲੱਖ ਨਿਰੰਜਨ ਕੁਛ ਵੀ ਬੋਲ ਸਕਦਾ ਮੈਂ। ਔਰ ਤੁਸੀਂ ਵਿਸ਼ਵਾਸ ਵੀ ਕਰਨਾ ਬਾਬਾ ਜੀ ਬਹੁਤ ਵੱਡੇ ਨੇ। ਮੈਂ ਲੰਮਾ ਚੋਲਾ ਪਾ ਕੇ ਮੈਂ ਆਪਣੇ ਆਪ 'ਚ ਪੂਰਾ ਕਰ ਸਕਦਾ। ਪਰ ਜਦੋਂ ਮੈਂ ਅੰਦਰੋਂ ਸੰਤ ਬਣਾਂਗਾ ਨਜਰ ਸਾਹਿਬ, ਉਹ ਤੇ ਵੱਡੀ ਗੱਲ ਜੇ, ਕਾਫੀ ਵੱਡੀ ਗੱਲ। ਅੰਦਰੋਂ ਜਿਹੜਾ ਜੋਗੀ ਬਣਨਾ ਉਹ ਕਾਫੀ ਵੱਡੀ ਗੱਲ। ਜਿੰਨਾ ਚਿਰ ਆਪਾਂ ਅੰਦਰੋਂ ਨਹੀਂ ਬਣਦੇ ਉਹਨਾਂ ਚਿਰ ਬਾਹਰ ਕਰਨ ਦੇ ਨਾਲ ਕੁਛ ਵੀ ਗੱਲ ਨਹੀਂ ਬਣਦੀ। ਬਾਹਰ ਜੇ ਕਰਦੇ ਹਾਂ ਤੇ ਆਪਣੇ ਆਪ ਨੂੰ ਧੋਖਾ ਦਿੰਦੇ ਹਾਂ ਤੇ ਲੋਕਾਂ ਨੂੰ ਵੀ ਧੋਖਾ ਦਿੰਦੇ, ਔਰ ਇਨਸਾਨ ਏਦਾਂ ਹੀ ਕਰਦਾ। ਹਾਂਜੀ ਨਜਰ ਸਾਹਿਬ ਅਗਲੀ ਤੁਕ ਬੋਲੋ। ਆਦ ਪੁਰਖ ਤੇ ਹੋਏ ਅਨਾਦ। ਕਹਿੰਦੇ ਭਾਈ ਅਨਾਜ ਕਿੱਥੋਂ ਮਿਲਦਾ ਹੈ? ਕਹਿੰਦੇ ਪਰਮਾਤਮਾ ਨੇ ਪੈਦਾ ਕੀਤਾ ਭਾਈ, ਪਰਮਾਤਮਾ ਨੇ ਪੇਟ ਲਗਾਇਆ ਹੈ। ਸਰੀਰ ਜਿਹੜਾ ਹੈਗਾ ਅਨਾਜ ਦੇ ਨਾਲ ਹੀ ਚੱਲਣਾ ਹੈ ਸਰੀਰ ਨੇ। ਆਦ ਪੁਰਖ ਤੇ ਹੋਏ ਅਨਾਦ, ਜਪੀਏ ਨਾਮ ਅੰਨ ਕਹਿ ਸਾਧ। ਕਹਿੰਦੇ ਨਾਮ ਜਪਣਾ ਹੈ, ਭਗਤੀ ਕਰਨੀ ਹੈ, ਬੰਦਗੀ ਕਰਨੀ ਹੈ ਪਿਆਰਿਆ। ਪ੍ਰਸ਼ਾਦਾ ਪਾਣੀ ਛੱਕ ਕੇ ਪੇਟ ਨਹੀਂ ਪਹਿਲਾਂ ਪੇਟ ਨੂੰ ਜਿਹੜਾ ਹੈਗਾ ਪੇਟ ਨੂੰ ਸ਼ਾਂਤ ਕਰਕੇ ਪੇਟ ਦੀ ਅੱਗ ਨੂੰ, ਫਿਰ ਨਾਮ ਜਪ ਰਹਾਓ। ਹਾਂਜੀ ਵੀਰ ਜੀ। ਹਾਂਜੀ ਬਿਲਕੁਲ ਠੀਕ ਹੈ ਜੀ। ਉਹ ਕਹਿੰਦੇ ਆ ਕਿ ਜੇ ਰੱਬ ਨੇ ਤੈਨੂੰ ਮੂੰਹ ਲਾਇਆ ਨਾ, ਇਹਦਾ ਮਤਲਬ ਕੋਈ ਮਕਸਦ ਹੈਗਾ, ਉਹਦਾ ਇਸਤੇਮਾਲ ਕਰ। ਅਨਾਜ ਖਾਣ ਵਾਸਤੇ ਹੈ, ਔਰ ਤੇਰਾ ਫਰਜ਼ ਬਣਦਾ ਹੈ ਕਿ ਤੇਰਾ ਸਰੀਰ ਜਿਹੜਾ ਪ੍ਰਕਿਰਤੀ ਦੇ ਅਧੀਨ ਹੈ। ਔਰ ਪ੍ਰਕਿਰਤੀ ਕੀ ਕਹਿੰਦੀ ਆ ਕਿ ਇਹਦੇ ਅੰਦਰ ਅਨਾਜ ਭੇਜਣਾ ਪੈਣਾ ਤੇ ਨਹੀਂ ਭੇਜੋਗੇ ਤੇ ਕੀ ਹੋਊਗਾ? ਖਰਾਬ ਹੋ ਜਾਊਗੀ ਮਸ਼ੀਨ, ਇਹ ਜੰਤਰ ਖਰਾਬ ਕਰ ਲੋਗੇ, ਮੰਤਰ ਤੱਕ ਤੇ ਪਹੁੰਚਣਾ ਹੀ ਨਹੀਂ। ਆਪ ਅਗਲੇ ਦੇਖਿਆ ਨਾਮ ਜਪੀਏ, ਜਪੀਏ ਨਾਮ ਜਪੀਏ ਅੰਨ, ਜਪੀਏ ਨਾਮ ਅੰਨ ਕੇ ਸਾਧ। ਹਾਂ, ਜੇ ਆਪਾਂ ਅੰਨ ਹੀ ਨਹੀਂ ਹੈਗਾ, ਮੇਰਾ ਢਿੱਡ ਹੀ ਬਾਣੀ ਚ ਵੇਖ ਕਿਤੋਂ ਪਾਉਂਦੀ, ਭੁੱਖੇ ਪੇਟ ਭਗਤੀ ਨਾ ਕੀਜੀ ਜੀ ਆਪਣੀ ਮਾਲਾ ਲੀਜੈ। ਤੇ ਉਹ ਕਹਿੰਦੇ ਆ ਕਿ ਵੀ ਪਹਿਲਾਂ ਤੂੰ ਰੋਟੀ ਪਾਣੀ ਖਾ, ਰੋਟੀ ਖਾ ਕੇ ਢਿੱਡ ਤੇਰਾ ਸ਼ਾਂਤ ਹੋ ਜੇ, ਫਿਰ ਤੋਂ ਭਗਤੀ ਕਰ। ਰੋਟੀ ਦਾ ਮਤਲਬ ਇਹ ਕਿ ਤੂੰ ਕੰਮ ਵੀ ਕਰ, ਇਹਨੋਂ ਕਿ ਵਿਹਲੜ ਬੈਠਾ ਰਵੇਂ ਤੇ ਲੋਕਾਂ ਦਾ ਰਾਸ਼ਨ ਖਾਈ ਜਾਵੇਂ, ਉਹ ਬਹੁਤ ਮਾੜਾ ਹੈ। ਬਹੁਤ ਮਾੜਾ ਬੋਲੇ ਤੇ ਬਹੁਤ ਮਾੜਾ ਹੈ। ਬਾਣੀ ਚ ਇੱਕ ਤੁਕ ਹੋਰ ਵੀ ਆਉਂਦੀ ਹੈ, ਕਹਿੰਦੇ ਜੈਸਾ ਅੰਨ ਤੈਸਾ ਮਨ। ਪੰਗਾ ਪੈ ਗਿਆ ਨਾ ਸਾਹਿਬ। ਬਿਲਕੁਲ। ਜੇ ਚੜਾਵੇ ਦਾ ਅੰਨ ਦਾ ਰਾਸ਼ਨ ਮੈਂ ਖਾਧਾ ਨਾ ਤੇ ਮੇਰਾ ਮਨ ਵੀ ਓਦਾਂ ਦਾ ਹੋ ਜਾਣਾ ਵਾ। ਇਹ ਸੱਚ ਆ। ਦੇਖਿਆ ਨੀ ਮਾਇਆ ਧਾਰੀ ਆਤਨ ਨਾ ਬੋਲਾ। ਉਹ ਜਦੋਂ ਮਾਇਆ ਦੇ ਵਿੱਚ ਆਉਂਦਾ ਹੈ, ਲੋਕਾਂ ਦਾ ਧਨ ਇਕੱਠਾ ਕਰ ਲੈਂਦਾ। ਹੁਣ ਦੇਖਿਆ ਨੀ ਆਮ ਇਹ ਜਿਹੜੀਆਂ ਕੰਟਰੀਆਂ, ਗਰੀਬ ਕੰਟਰੀਆਂ, ਕਿੱਦਾਂ ਲੋਕੀ ਦਾਨ ਦੂਨ ਕਰਦੇ ਆ। ਕਾਹਦਾ ਦਾਨ ਕਰਦੇ ਆ? ਉਹ ਲੋੜ ਤੋਂ ਜ਼ਿਆਦਾ ਧਨ ਇਕੱਠਾ ਕਰ ਲਿਆ। ਹੁਣ ਅੰਦਰ ਆਵਾਜ਼ ਆਉਂਦੀ ਹੈ, ਉਹ ਆਵਾਜ਼ ਨੂੰ ਸ਼ਾਂਤ ਕਰਨ ਦੇ ਲਈ ਉਹ ਫਿਰ ਦਾਨ ਕਰਦਾ। ਤੇ ਉਹ ਦਾਨ ਜੇ ਕੀਤਾ ਵੀ ਹੈ ਜਿਹੜਾ ਮੇਰਾ ਨਹੀਂ ਹੈ, ਦੱਸੋ ਆਪ ਜਦ ਦੇਖੋ ਪਰਮਾਤਮਾ ਨੂੰ ਕੋਈ ਧੋਖਾ ਦੇ ਸਕਦਾ? ਲੋਕੀ ਧਾਰਮਿਕ ਸਥਾਨਾਂ ਤੇ ਜਾ ਕੇ ਕਿੰਨੀ ਸੇਵਾ ਕਰਦੇ ਆ, ਘਰੇ ਉਹਨਾਂ ਦੇ ਜਿਹੜੇ ਚੰਗੇ ਭਲੇ ਬਜ਼ੁਰਗ ਹੈਗੇ ਉਹਨਾਂ ਨੂੰ ਕੋਈ ਪੁੱਛਦਾ ਗਿੱਛਦਾ ਨਹੀਂ। ਕੀ ਪਰਮਾਤਮਾ ਉਹ ਸੇਵਾ ਕਬੂਲ ਕਰੂਗਾ? ਆਪ ਜਸਟ ਸੋਚੋ। ਆਪਾਂ ਡਿਸਕਸ ਕਰਦੇ ਪਏ ਹਾਂ, ਆਪਾਂ ਲੌਜਿਕਲੀ ਗੱਲ ਕਰਦੇ ਹਾਂ। ਮੈਂ ਕੋਈ ਕਲਪਨਿਕ ਗੱਲ ਨਹੀਂ ਕਰਦਾ, ਕੋਸ਼ਿਸ਼ ਕਰਦਾ ਕਿ ਨਾ ਕੀਤੀ ਜਾਵੇ। ਉਹ ਕਿਤੇ ਕਿਤੇ ਹੀ ਕਰਨੀ ਪੈਂਦੀ ਹੈ। ਚਲੋ ਉਹਦੇ ਨਾਲ ਕੀ ਲੋਕੀ ਸੁਣਨ ਚ ਲਾਈਕ ਕਰਦੇ। ਵੈਸੇ ਉਹ ਗੱਲ ਦਾ ਮਤਲਬ ਇਹਨਾਂ ਹੁੰਦਾ ਹੈ, ਇੱਕ ਕਹਾਣੀ ਮਤਲਬ ਅਸਲੀਅਤ ਨਹੀਂ, ਕੇਵਲ ਸਮਝਾਉਣ ਦੇ ਲਈ ਵਰਤੋਂ ਕੀਤੀ ਗਈ ਕਿਸੇ ਚੀਜ਼। ਪਰ ਪ੍ਰਮਾਤਮਾ ਦੇਖੋ, ਪ੍ਰਮਾਤਮਾ ਹੈ ਸੱਚ, ਉਹ ਚ ਸਮਾਉਣਾ ਵੀ ਸੱਚ ਨੇ। ਜੇਕਰ ਮੇਰੇ ਜੀਵਨ ਚ ਸੱਚ ਨਹੀਂ ਨਾ ਆਉਂਦਾ ਤੇ ਗੱਲ ਨਹੀਂ ਚ ਬਣੀ, ਕਿਵੇਂ ਕਲਪਨਾ ਵਾ। ਬਾਕੀ ਜੇ ਮੈਂ ਫੀਲਿੰਗ ਲੈਣਾ ਚਾਹੁੰਦਾ ਵਾ ਫਿਰ ਆਪਣੇ ਆਪ ਮੈਂ ਜੋ ਮਰਜ਼ੀ ਲਿਖਵਾ ਲਾਂ, ਬ੍ਰਹਮ ਗਿਆਨੀ ਲਿਖਵਾ ਲਾਂ, ਮਹਾਬ੍ਰਹਮ ਗਿਆਨੀ ਲਿਖਵਾ ਲਾਂ, ਜੋ ਮਰਜ਼ੀ ਲਿਖਵਾ ਲਾਂ। ਪਰ ਬਾਣੀ ਏਦਾਂ ਨਹੀਂ ਮੰਨਦੀ।
ਬਾਣੀ ਕਹਿੰਦੀ ਹੈ ਜਪੀਏ ਨਾਮ ਅੰਨ ਕੇ ਸਾਥ, ਕਹਿੰਦੇ ਖਾਣਾ ਖਾ ਪੇਟ ਭਰ ਔਰ ਰੱਬ ਦਾ ਨਾਮ ਹੀ ਲੈ, ਦੋਨਾਂ ਦਾ ਬੈਲੈਂਸ ਕਰ, ਕਿਉਂਕਿ ਅੰਨ ਪ੍ਰਮਾਤਮਾ ਨੇ ਤਿਆਰ ਕੀਤਾ ਹੈ ਔਰ ਉਹ ਪ੍ਰਕਿਰਤੀ ਦਾ ਹਿੱਸਾ। ਜਪੀਏ ਨਾਮ ਜਪੀਏ ਅੰਨ। ਤੇ ਸਭ ਅੱਗੇ ਬੋਲੋ। ਜਪੀਏ ਨਾਮ ਜਪੀਏ ਅੰਨ, ਕਹਿੰਦੇ ਨਾਮ ਜਪਣਾ ਆ ਪਿਆਰਿਆ, ਤੇ ਭੋਜਨ ਜਿਹੜਾ ਹੈਗਾ ਇਹਨੂੰ ਧਨ ਕਹਿਣਾ ਪਊਗਾ ਭੋਜਨ ਨੂੰ। ਭੋਜਨ ਕਿਉਂਕਿ ਭੋਜਨ ਨੇ ਤਾਂ ਤੇਰੀ ਗੱਡੀ ਚਲਾਉਣੀ ਹੈ, ਤੇਰੀ ਗੱਡੀ ਤੁਰਨੀ ਨਹੀਂ ਹੈ। ਜੇ ਢਿੱਡ 'ਚ ਭੋਜਨ ਨਹੀਂ ਹੋਊਗਾ, ਪੈਟਰੋਲ ਢਿੱਡ ਨਹੀਂ ਪਾਏਗਾ ਗੱਡੀ 'ਚ, ਗੱਡੀ ਕਿਵੇਂ ਤੁਰੂਗੀ ਦੱਸ? ਇਹ ਸਰੀਰ ਕਿਵੇਂ ਕੰਮ ਕਰੂਗਾ? ਇਹ ਘੋੜਾ ਜਿਹੜਾ ਹੈਗਾ, ਇਹ ਘੋੜਾ ਕਿਵੇਂ ਚੱਲੂਗਾ ਭਾਈ? ਜਪੀਏ ਨਾਮ ਜਪੀਏ ਅੰਨ, ਅੰਬ ਹੈ ਕੈ ਸੰਗ ਨੀਕਾ ਵਨ। ਕਿੰਨਾ ਸੋਹਣਾ ਅਨਾਜ ਹੈ। ਦੇਖ ਪਾਣੀ ਜਿਹੜਾ ਹੈਗਾ, ਜਗਤ ਪਿਤਾ ਪਾਣੀ ਜਿਹੜਾ ਹੈਗਾ, ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਇੰਨਾ ਸੋਹਣਾ ਪਾਣੀ ਦੀ ਸੰਗਤ ਦੇ ਨਾਲ ਅੰਨ ਜਿਹੜਾ ਹੈ, ਕਿੰਨਾ ਸੋਹਣਾ ਅੰਨ ਪੈਦਾ ਹੋਇਆ ਹੈ। ਇੰਨੇ ਸੋਹਣੇ ਅੰਨ ਨੂੰ ਤਿਆਗ ਕਰੇਗਾ। ਅੰਨੇ ਬਾਹਰ ਜੋ ਨਰ ਹੋਵੇ, ਤੀਨ ਭਵਨ ਮੈਂ ਆਪਣੀ ਪਤ ਖੋ, ਤੀਨ ਭਵਨ ਮੈਂ ਆਪਣੀ ਖੋਵੈ। ਕਹਿੰਦੇ ਜਿਹੜੇ ਅੰਨ ਤੋਂ ਬਾਹਰ ਜਿਹੜੇ ਆਪਣੇ ਆਪ ਨੂੰ ਕਹਿੰਦੇ ਅਸੀਂ ਅੰਨ ਨਹੀਂ ਖਾਂਦੇ, ਕਹਿੰਦੇ ਤਿੰਨਾਂ ਭਵਨਾਂ ਦੇ ਵਿੱਚ ਕਹਿੰਦੇ ਆ, ਭਾਵੇਂ ਜਿੱਥੇ ਮਰਜ਼ੀ ਹੋਣ, ਧਰਤ ਪਤਾਲ ਆਕਾਸ਼, ਕਹਿੰਦੇ ਆ ਉਹ ਆਪਣਾ ਚਾਂਸ ਖੋ ਦੇਣਗੇ ਭਾਈ। ਉਹ ਜਿਹੜੇ ਹੈਗੇ ਆ ਉਹਨਾਂ ਦੀ ਪਤ ਨਹੀਂ ਰਹੇਗੀ ਭਾਈ। ਅੰਨੇ ਬਾਹਰ ਜੋ ਨਰ ਹੋਵੇਂ, ਤੀਨ ਭਵਨ ਮੈਂ ਆਪਣੀ ਖੋਵੈ। ਹਾਂਜੀ ਵੀਰ ਜੀ। ਹੁਣ ਸਾਧ ਸੰਗਤ ਜੀ ਦੇਖੋ, ਇੱਕ ਬਾਣੀ 'ਚ ਨਾ ਮੈਂ ਪਹਿਲਾਂ ਵੀ ਤੁਕ ਪੜ੍ਹਦਾ, ਨਿਜ ਸਭ ਇਹ ਕਿਤੇ ਲਿਖੀ ਹੈ ਤੁਕ ਨਾ, ਅੰਨ ਦੇਵਤਾ, ਸਮੁੰਦਰ ਦੇਵਤਾ, ਪਾਣੀ ਦੇਵਤਾ, ਲੂਣ, ਅੰਨ ਦੇਵਤਾ, ਪਾਣੀ ਅੰਨ ਦੇਵਤਾ, ਪਾਣੀ ਤਿੰਨ। ਇਹ ਆਸਾ ਦੀ ਵਾਰ 'ਚ ਆਉਂਦਾ ਹੈ, ਅੰਨ ਦੇਵਤਾ, ਪਾਣੀ ਦੇਵਤਾ, ਤੀਸਰਾ ਵੀ ਹੈ ਤੁਕ, ਕੋਈ ਗੱਲ ਨਹੀਂ, ਕੋਈ ਬਸੰਤਰ ਦੇਵਤਾ, ਹਾਂ ਬਸੰਤਰ ਦੇਵਤਾ ਲੂਣ, ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤ। ਹਾਂਜੀ ਵੀਰ ਜੀ। ਠੀਕ ਹੈ ਜੀ। ਇਹ ਸਾਰੇ ਦੇਵਤੇ ਨੇ। ਦੇਵਤੇ ਨੇ ਮਤਲਬ ਕੀ? ਹੁਣ ਪਾਣੀ ਵੀ ਦੇਵਤਾ ਹੈ, ਹਵਾ ਦੇਵਤਾ ਹੈ, ਮੰਦਰ ਵੀ ਦੇਵਤਾ ਹੈ, ਧਰਤੀ ਵੀ ਇੱਕ ਸ਼ਕਤੀ ਹੈ, ਇਹਨੂੰ ਮਾਤਾ ਕਹਿ ਦਿੰਦੇ ਆਪਾਂ। ਇਹ ਸਾਡੇ ਤੋਂ ਲੈਂਦੇ ਕੁਛ ਵੀ ਨਹੀਂ। ਦੇਵਤੇ ਦਾ ਮਤਲਬ ਕੀ ਹੈ? ਦੇਣਾ। ਤੇ ਰਾਖਸ਼ ਦਾ ਮਤਲਬ ਕੀ ਹੈ ਨਿੱਜਾ ਸਾਹਿਬ, ਉਹ ਸਮਝਾਓ। ਰਾਖਸ਼ ਦਾ ਮਤਲਬ ਜਿਹੜਾ ਸਭ ਕੁਝ ਭਖਸ਼ ਕਰ ਲੈਂਦਾ ਹੈ, ਖਾ ਲੈਂਦਾ, ਲੈ ਲੈਂਦਾ। ਖਾਣਾ ਇਹਦਾ ਖਾਣਾ। ਰਾਖਸ਼ ਲੋਕਾਂ ਨੇ ਵੈਸੇ ਤੇ ਫਿਲਮਾਂ 'ਚ ਦੰਦਾਂ ਵਾਲੇ ਬਣਾਏ ਨੇ, ਉਹਨੂੰ ਉਹ ਰਾਖਸ਼ ਨਹੀਂ ਹੈਗੀ। ਰਾਖਸ਼ ਦਾ ਮਤਲਬ ਇਹ ਜਿਹੜਾ ਦੂਜਿਆਂ ਦਾ ਹਿੱਸਾ ਖਾ ਜਾਂਦਾ ਹੈ। ਬਿਲਕੁਲ। 8 ਰੋਟੀਆਂ ਸਨ, 2-4 ਉਹਦੇ ਹਿੱਸੇ 'ਚ ਆਉਂਦੀਆਂ ਸੀ, ਉਹ ਦੂਜੇ ਦੀਆਂ ਵੀ 2 ਹੜੱਪ ਕਰ ਗਿਆ। ਉਹ ਬੰਦਾ ਰਾਖਸ਼, ਜਿਹਨੂੰ ਆਪਣੇ ਰਿਜ਼ਕ ਤੇ ਸੰਤੁਸ਼ਟੀ ਨਹੀਂ, ਜਿਹਦਾ ਧਿਆਨ ਦੂਜੇ ਦੇ ਤਨ ਤੇ ਧਨ ਤੇ ਰਹਿੰਦਾ, ਜੋ ਕਿਸੇ ਤਰੀਕੇ ਨਾਲ ਸੋਚਦਾ ਹੈ ਕਿ ਮੈਂ ਦੂਜੇ ਦੀ ਚੀਜ਼ ਨੂੰ ਇਕੱਠਾ ਕਰ ਲਾਂ, ਖੋਹ ਲਵਾਂ। ਇਹ ਸਭ ਰਾਖਸ਼ ਬ੍ਰਿਤੀ। ਦੇਵਤਾ ਕੌਣ? ਦੇਵਤਾ ਦਾ ਮਤਲਬ ਤੁਸੀਂ ਵੀ ਦੇਵਤੇ, ਜੇ ਇੱਕ ਤੁਸੀਂ ਦਿੰਦੇ ਪਏ ਜੋ। ਬਾਣੀ ਕਹਿੰਦੀ ਨਾ ਕਾਲ ਕਰੇ ਕੁਛ ਹੱਥੋਂ ਦੇਵੇ, ਉਹ ਦੇਵਤੇ ਨੇ। ਉਹ ਮਿਹਨਤ ਕਰਦਾ ਹੈ, ਥੋੜੇ ਜਿਹੇ ਆਪਣੇ ਪੈਸੇ ਥੋੜਾ ਦਾਨ ਵੀ ਕਰ ਰਿਹਾ। ਸਭ ਦੇਵਤੇ ਨੇ। ਦੇਵਤੇ ਦਾ ਮਤਲਬ ਤੁਸੀਂ ਦੇਣ ਵਾਲਾ ਬੰਦਾ ਦੇਵਤਾ ਹੈ। ਚਾਹੇ ਉਹ 1 ਰੁਪਈਏ ਦਾ ਦੇਵਤਾ ਹੈ, ਚਾਹੇ 2 ਰੁਪਈਏ। ਜਿਹੜਾ ਹੱਥੋਂ ਛੱਡ ਰਿਹਾ ਹੈ, ਆਪਣੀ ਸਮਝੋ ਬੜੀ ਵੱਡੀ ਗੱਲ ਹੈ। ਇੱਕ ਛੱਡਣਾ, ਇੱਕ ਖੋਣਾ, ਫਰਕ ਹੈ। ਉਹ ਕੁਝ ਛੱਡ ਰਿਹਾ। ਦੇਵਤੇ ਦਾ ਮਤਲਬ ਆਪਾਂ ਦੇਵਾਂਗੇ ਤੇ ਹੱਥ ਛੱਡਾਂਗੇ ਨਾ। ਤੇ ਖੋਣ ਦਾ ਮਤਲਬ ਹੱਥ ਇਕੱਠਾ ਕਰਨਾ। ਮੈਂ ਕਿਸੇ ਤੋਂ ਖੋ ਰਿਹਾ। ਦੇਣਾ ਮਤਲਬ ਆਪਣੇ ਕੋਲੋਂ ਦੇਣਾ, ਆਪਣੀ ਖੁਸ਼ੀ ਨਾਲ ਦੇਣਾ। ਦੇਵਤੇ ਦਾ ਮਤਲਬ ਜੋ ਦੇ ਕੇ ਮੰਗਦਾ ਨਹੀਂ। ਇਸ ਲਈ ਬਾਣੀ ਸਾਨੂੰ ਕਹਿੰਦੀ ਆ ਕਿ ਸੱਜੇ ਹੱਥ ਨਾਲ ਦਾਨ ਕਰੋ, ਖੱਬੇ ਨੂੰ ਨਾ ਦੱਸੋ, ਖੱਬੇ ਹੱਥ ਨਾਲ ਦਾਨ ਕਰੋ, ਸੱਜੇ ਨੂੰ ਨਾ ਦੱਸੋ। ਜੇਕਰ ਦੱਸ ਲਿਆ ਤੇ ਲੋਕਾਂ ਨੇ ਤੁਹਾਡੀ ਇੱਜ਼ਤ ਕਰ ਦੇਣੀ ਆ, ਸੋਭਾ ਕਰ ਦੇਣੀ ਆ, ਤੇ ਉਹ ਦਿੱਤੇ ਦਾ ਕੋਈ ਫਾਇਦਾ ਨਹੀਂ। ਨਿੱਜਰ ਸਾਹਿਬ, ਫਿਰ ਹਉਮੈ ਆ ਜਾਣੀ ਆ, ਫਿਰ ਵਡਿਆਈ ਆ ਜਾਣੀ ਆ ਬਸ। ਹਾਂ, ਫਿਰ ਲੋਕਾਂ ਨੇ ਕਹਿਣਾ ਬਹੁਤ ਦਾਨੀ। ਪਰ ਜੇ ਤੂੰ ਕਰਕੇ ਤੇ ਉਹਨੂੰ ਗੁਪਤ ਕਰ ਲਏਗਾ। ਪਰ ਜਿੰਨੇ ਜਾਣਨਾ ਹੈ ਉਹਨੂੰ ਪਤਾ ਲੱਗ ਗਿਆ ਵਾ। ਮੈਂ ਇਹ ਆਪ ਪਲੀਜ਼ ਸਮਝੋ, ਬੜੀ ਵੱਡੀ ਗੱਲ ਹੈ।
ਜਦੋਂ ਤੁਸੀਂ ਦਾਨ ਕੀਤਾ ਨਾ, ਕੋਈ ਚੰਗਾ ਕੰਮ ਕੀਤਾ, ਜਿਹਨੂੰ ਜਾਣਨਾ ਚਾਹੀਦਾ ਉਹਨੂੰ ਪਤਾ ਲੱਗ ਗਿਆ ਜੀ, ਹੋਰ ਭਾਵੇਂ ਕਿਸੇ ਨੇ ਨਹੀਂ ਵੇਖਿਆ। ਬਿਲਕੁਲ। ਤੇ ਜਿੱਥੇ ਮੇਰੇ ਤੇ ਨਿੱਜੇ ਸਾਹਿਬ ਦਾ ਜਾਂ ਹੋਰ ਕਿਹਦੇ ਵੇਖਿਆ ਕਿ ਕੰਮ ਦਾ ਹੈਗਾ, ਆਪਾਂ ਕੌਣ ਹੈਗੇ? ਇਹ ਪ੍ਰਕਿਰਤੀ ਆਪਾਂ ਬਣਾਈ ਹੈ, ਇਹ ਕਿਹਨੇ ਰਚਿਆ ਹੈ? ਪਰ ਤੁਸੀਂ ਚੰਗਾ ਕੰਮ ਕਰਤਾ ਹੈ ਤੇ ਉਹਨੂੰ ਪਤਾ ਲੱਗ ਗਿਆ ਜੀ, ਜਿਹਨੂੰ ਲੱਗਣਾ ਚਾਹੀਦਾ। ਔਰ ਉਹਦਾ ਜਾਣਿਆ ਹੀ ਤੇ ਕੰਮ ਦਾ, ਬਾਕੀ ਤੇ ਸਾਰੇ ਐਵੇਂ ਹੈ, ਅਸੀਂ ਤੇ ਆਪ ਮੁਸਾਫਰ ਚ ਬੈਠੇ ਹਾਂ। ਉਹਦਾ ਜਾਣਿਆ ਹੀ ਮਹੱਤਵਪੂਰਨ ਹੈ। ਔਰ ਜਦੋਂ ਉਹ ਜਾਣ ਗਿਆ ਤੇ ਸਮਝ ਲਓ ਤੁਹਾਡਾ ਜੀਵਨ ਸਵਰਗ ਹੋ ਗਿਆ। ਫਿਰ ਅੰਦਰੋਂ ਤੁਸੀਂ ਚੰਗੇ ਬਣ ਜਾਓ। ਮੇਨ ਆਖਰ ਤੇ ਗੱਲ ਮੁੱਕਣੀ ਹੈ, ਅੰਦਰੋਂ ਅਸੀਂ ਦੇਖੋ। ਹੁਣ ਕਈਆਂ ਨੂੰ ਮਾਇਆ ਤੇ ਬਹੁਤ ਪਕੜ ਹੈ। ਮੈਂ ਕਹਿੰਦਾ ਦਾਨ ਕਰਿਆ ਥੋੜਾ ਜਿਹਾ, ਜ਼ਿਆਦਾ ਨਹੀਂ, ਬਿਲਕੁਲ ਥੋੜਾ ਜਿਹਾ ਕੱਢੋ। ਜੇ ਤੁਸੀਂ ਛੱਡਿਆ ਨਾ, ਉਹ ਤੁਹਾਡੀ ਪਕੜ ਛੁੱਟ ਜਾਏਗੀ। ਜੇ ਤੁਸੀਂ ਨਹੀਂ ਛੱਡਿਆ ਨਾ, ਉਹ ਪਕੜ ਨਹੀਂ ਜੇ ਛੁੱਟਣੀ। ਕਿਉਂਕਿ ਇਹਨੂੰ ਮੁੱਠੀ ਜਿੱਦਾਂ ਆਪਾਂ ਕੋਈ ਚੀਜ਼ ਫੜਦੇ ਆ ਨਾ ਤੇ ਘੁੱਟਾਂਗੇ ਤੇ ਘੁੱਟੀ ਜਾਣੀ ਹੈ, ਪਰ ਜਦੋਂ ਦਵਾਂਗੇ ਨਾ ਇਹ ਫਿਰ ਛੁੱਟ ਜਾਂਦੀ। ਇਹ ਕੁਦਰਤੀ ਨਿਯਮ ਹੈ। ਕੁਦਰਤ ਕਹਿੰਦੀ ਆ ਕਿ ਤੇਰੀ ਜਿਹੜੀ ਮੁੱਠੀ ਆ ਉਹਨੂੰ ਥੋੜਾ ਢਿੱਲਾ ਕਰ। ਜੇ ਦਵੇਂਗਾ ਨਾ, ਆਟੋਮੈਟਿਕਲੀ ਤੇਰੇ ਅੰਦਰ ਜਿਹੜਾ ਉਹਦੀ ਪਕੜ ਘਟਣੀ, ਓਦਾਂ ਨਹੀਂ ਘਟੇਗੀ, ਓਦਾਂ ਬੜੀ ਮੁਸ਼ਕਿਲ। ਹਾਂਜੀ ਨਿੱਜੇ ਸਾਹਿਬ, ਅਗਲੀ ਤੋਂ ਬੋਲੋ। ਹਾਂ, जपिए नाम जपिए अन्न, अंभय के संग नीका वन, अन्ने बाहर जो नर होवें, तीन भवन में अपनी खोवें। ਅੰਨ ਤੋਂ ਬਾਹਰ ਜਿਹੜੇ ਵੀ ਹੈਗੇ ਭਾਈ, ਉਹ ਸਮਝ ਲਓ ਉਹਨਾਂ ਨੇ ਆਪਣੀ ਪੱਤ ਜਿਹੜੀ ਹੈਗੀ ਉਸ ਮਾਲਕ ਪਰਮਾਤਮਾ ਦੇ ਦਰਬਾਰ 'ਚ ਉਹਨਾਂ ਦੀ ਕੋਈ ਪੱਤ ਨਹੀਂ ਰਹਿਣੀ, ਕੋਈ ਸੇ ਨਹੀਂ ਰਹਿਣੀ। ਛੋੜੇ ਅੰਨ ਕਰੇ ਪਾਖੰਡ, ਨਾ ਸੁਹਾਗਣ ਨਾ ਉਹ ਰੰਡ। ਜਿਹੜੇ ਅੰਨ ਛੱਡ ਦਿੰਦੇ ਆ, ਕਹਿੰਦੇ ਅਸਲੀ ਦੇ ਵਿੱਚ ਜਿਹੜੇ ਹੈਗੇ ਆ, ਕੋਈ ਵੀ ਇਨਸਾਨ ਜਿਹੜਾ ਕਹਿੰਦਾ ਨਾ ਅਸੀਂ ਜਿਹੜੇ ਹੈਗੇ ਅੰਨ ਨਹੀਂ ਖਾਂਦੇ ਜੀ, ਇਹ ਮਹਾਂਪੁਰਖ ਇਹਨਾਂ ਨੇ 20 ਸਾਲ ਹੋ ਗਏ ਅੰਨ ਛੱਡੇ ਨੂੰ, ਕਹਿੰਦੇ ਭਾਈ ਪਖੰਡ ਕਰ ਰਿਹਾ। ਭਾਈ ਉਹ ਨਾ ਤਾਂ ਸੁਹਾਗਣ ਹੀ ਹੋਈ ਆ ਤੇ ਨਾ ਉਹ ਜਿਹੜੀ ਆ ਰੰਡ ਹੋਈ ਆ, ਕਿਉਂਕਿ ਜਿਹੜਾ ਹੈਗਾ ਭੁੱਖੇ ਦੇ ਨਾਲ ਜਿਹੜਾ ਹੈਗਾ ਭਗਤੀ ਕਰਨ ਨੂੰ ਮਨ ਨੇ ਮੰਨਣਾ ਨਹੀਂ ਆ। ਔਰ ਉਹਨੇ ਕੀ ਕਰਨਾ ਹੈ, ਉਹਨੇ ਜਿਹੜਾ ਹੈਗਾ ਕਹਿੰਦੇ ਅੰਨ ਛੱਡਿਆ ਹੋਇਆ, ਪਰ ਚੁੱਪ ਕੇ ਤੇ ਜਿਹੜਾ ਹੈਗਾ ਉਹਨੇ ਜਿਹੜਾ ਹੈਗਾ ਪਿੱਛੇ ਖਾਤੇ ਜਿਹੜਾ ਹੈਗਾ ਉਹਨੇ ਅੰਨ ਜਿਹੜਾ ਹੈਗਾ ਖਾ ਲੈਣਾ ਹੈ। ਛੋੜੇ ਅੰਨ ਉਹ ਖਾਲੀ ਪਖੰਡ ਕਰ ਰਿਹਾ ਹੈ। ਛੋੜੇ ਅੰਨ ਕਰੇ ਪਾਖੰਡ, ਨਾ ਸੁਹਾਗਣ ਨਾ ਹੋਏ ਰੰਡ, ਜਗ ਮੈਂ ਬਖਤੇ ਦੁੱਧਾ ਤਾਰੀ। ਕਹਿੰਦੇ ਅਸੀਂ ਜੀ ਮਹਾਂਪੁਰਖ ਜਿਹੜੇ ਆ ਦੁੱਧ ਦੇ ਉੱਤੇ ਹੀ ਰਹਿੰਦੇ ਆ ਭਾਈ, ਇੱਕ ਗਲਾਸ ਦੁੱਧ ਪੀਂਦੇ ਆ ਬਸ ਰਾਤ ਨੂੰ, ਕੁਛ ਨਹੀਂ ਖਾਂਦੇ। ਬਈ ਇਹਨਾਂ ਨੂੰ ਦੁੱਧਾ ਤਾਰੀ ਕਹਿੰਦੇ ਆ। ਜਗ ਮੈਂ ਬਖਤੇ ਦੁੱਧਾ ਤਾਰੀ, ਸੰਸਾਰ ਦੇ ਵਿੱਚ ਦੁਨੀਆ ਦੇ ਵਿੱਚ ਬੋਲਦੇ ਆ ਵੀ ਇਹ ਦੁੱਧਾ ਤਾਰੀ ਹੈਗੇ ਆ। ਗੁਪਤੀ ਖਾਵੇਂ ਵਟਕਾ ਸਾਰੀ, ਔਰ ਬਾਅਦ ਵਿੱਚ ਜਿਹੜਾ ਹੈਗਾ ਗੁਪਤ ਹੋ ਕੇ ਕਹਿੰਦੇ ਆ ਸਾਰਾ ਦਾ ਸਾਰਾ ਰੋਟੀ ਜੋ ਮਰਜ਼ੀ ਹੈਗੀ ਸਾਰਾ ਕੁਛ ਜਿਹੜਾ ਹੈਗਾ ਵਟਿਕਾ ਪੂਰੀ ਦੀ ਪੂਰੀ ਕਹਿੰਦੇ ਆ ਛਕ ਜਾਂਦੇ ਆ ਭਾਈ, ਸਾਰਾ ਕੁਛ ਛਕ ਜਾਂਦੇ। ਹਾਂਜੀ ਵੀਰ ਜੀ, ਠੀਕ ਹੈ ਜੀ। ਕਹਿੰਦੇ ਆ ਛੋੜੇ ਅੰਨ ਕਰੇ ਪਾਖੰਡ, ਨਾ ਸੁਹਾਗਣ ਨਾ ਉਹ ਰੰਡ। ਜਿਹੜਾ ਬੰਦਾ ਕਹਿੰਦੇ ਆ ਕਿ ਅੰਨ ਛੱਡ ਕੇ ਤੇ ਪਖੰਡ ਕਰਦਾ, ਉਹ ਮਤਲਬ ਕਿ ਵਧੀਆ ਚੀਜ਼ ਨਹੀਂ। ਉਹ ਕਈ ਲੋਕ ਕਰਦੇ ਵੀ। ਵੈਸੇ ਧਰਮ ਦਾ ਕੋਈ ਕਨੈਕਸ਼ਨ ਨਹੀਂ ਜੇ ਭੁੱਖੇ ਰਹਿਣ ਦੇ ਨਾਲ। ਪਤਾ ਨਹੀਂ ਕਿਉਂ ਲੋਕਾਂ ਨੇ ਇੰਨੀ ਕਨਫਿਊਜ਼ਨ ਕ੍ਰੀਏਟ ਕਰਦੀ ਹੈ ਕਿ ਆਪ ਜਸਟ ਸੋਚੋ, ਪਰਮਾਤਮਾ ਚਾਹੁੰਦਾ ਹੈ ਕਿ ਮੈਂ ਇੱਥੇ ਨੰਗਾ ਤੁਰਿਆ ਫਿਰਾਂ, ਬਾਰ ਬਰਫ ਪੈਣ ਦੀ। ਆਪ ਜਸਟ ਸੋਚੋ, ਮੈਂ ਇੱਥੇ ਨੰਗੇ ਪੈਰੀ ਤੁਰਿਆ ਫਿਰਦਾ ਵਾਂ, ਮੈਂ ਗੁਰਦੁਆਰੇ ਮੰਦਿਰ ਗਿਆ ਵਾਂ ਨੰਗੇ ਪੈਰੀ, ਪੈਰ ਮੇਰੇ ਚ ਕੱਚ ਵੱਜਣ ਦੇ, ਬੀਟੇ ਵੱਜਣ ਦੇ। ਕੀ ਪਰਮਾਤਮਾ ਖੁਸ਼ ਹੋਊਗਾ? ਤੁਸੀਂ ਪਰਮਾਤਮਾ ਨੂੰ ਛੱਡੋ, ਤੁਹਾਡੇ ਮਾਂ ਪਿਓ ਖੁਸ਼ ਹੋਣਗੇ। ਤੁਸੀਂ ਪੈਰਾਂ ਚ ਨੰਗੇ ਪੈਰੀ ਤੁਰੀ ਫਿਰਦੇ, ਕਿਤੇ ਕਿੱਲ ਵੱਜ ਗਿਆ, ਕਿਤੇ ਬੀਟਾ ਵੱਜ ਗਿਆ। ਆਪ ਜਸਟ ਸੋਚੋ ਕਿ ਪਰਮਾਤਮਾ ਇਹਨਾਂ ਚੀਜ਼ਾਂ ਨੂੰ ਲਾਈਕ ਕਰੇਗਾ? ਇਹ ਬਹੁਤ ਸਸਤਾ ਧਰਮ ਆ ਜਿਹੜਾ ਇਹ ਨਾਟਕ ਹੈ ਨਾ, ਬਹੁਤ ਸਸਤਾ ਹੈ। ਅਸਲ ਦੇ ਵਿੱਚ ਧਰਮ ਦਾ ਮਤਲਬ ਹੈ ਅੰਦਰੋਂ ਸਹੀ ਹੋ ਜਾਣਾ। ਉਹ ਹੁਣ ਔਖਾ ਵਾ, ਬੰਦਾ ਬਾਹਰ ਦੇ ਨਾਟਕ ਕਰੀ ਜਾਂਦਾ ਹੈ। ਔਰ ਇਹ ਦੱਸਣ ਵਾਲੇ ਵੀ ਕਹੀ ਜਾਂਦੇ ਬਈ ਤੂੰ ਭੁੱਖਾ ਰਹਿ। ਕਈ ਕਹਿੰਦੇ ਮੈਂ ਅੰਨ ਨਹੀਂ ਖਾਂਦਾ, ਮੈਂ ਜੀ ਅੰਨ ਨਹੀਂ ਖਾਂਦਾ, ਮੈਂ ਦੁੱਧ ਪੀਂਦਾ। ਚਲੋ ਦੁੱਧ ਵੀ ਪੀ ਜਾਓ, ਪਰ ਕਹਿਣ ਤੋਂ ਭਾਵ ਕਈ ਏਦਾਂ ਦੇ ਵਿਚਾਰ ਰੱਖਦੇ ਨੇ, ਪਰ ਉਹ ਧਰਮ ਦੇ ਨਾਲ ਬਹੁਤਾ ਕਨੈਕਸ਼ਨ ਨਹੀਂ ਆ। ਆਪ ਜਸਟ ਸੋਚੋ,
ਜੇ ਏਦਾਂ ਦਾ ਕਨੈਕਸ਼ਨ ਹੋਵੇ ਤੇ ਬਾਣੀ 'ਚ ਲਿਖਿਆ ਹੋਵੇ ਕਿ ਤੂੰ 5-6 ਦਿਨ ਭੁੱਖਾ ਰਹਿ ਤੈਨੂੰ ਰੱਬ ਮਿਲ ਜੂ। ਮੇਜਰ ਸਾਹਿਬ ਬਿਲਕੁਲ ਹੈ ਕਿੱਥੇ ਲਿਖਿਆ? ਕਿਤੇ ਲਿਖਿਆ ਕਿ ਤੁਸੀਂ 5-6 ਦਿਨ ਭੁੱਖੇ ਰਹੋ ਤੁਹਾਨੂੰ ਰੱਬ ਮਿਲ ਜਾਏਗਾ? ਇਹ ਤਾਂ ਬੜਾ ਖੁਸ਼ ਹੁੰਦਾ ਤੇ ਜੁੱਤੀ ਨਹੀਂ ਪਾਉਣੀ। ਹਾਂ ਗੋਰਕੀ ਸਾਹਿਬ ਅਗਲਾ ਚੌਥਾ ਬੰਦ ਇਹੀ ਕੁਛ ਕਹਿ ਰਿਹਾ ਆ, ਕਹਿੰਦੇ ਤਜੀ ਅੰਨ ਨਾ ਮਿਲੇ ਗੋਪਾਲ। ਅਗਲਾ ਬੰਦ ਇਹੀ ਕਹਿ ਰਿਹਾ, ਹਾਂ ਤਜੀ ਅੰਨ ਨਾ ਮਿਲੇ ਮੇਰੇ ਗੋਪਾਲ। ਹੁਣ ਰੱਬ ਉਹ ਕਿਹੜਾ ਰੱਬ ਹੋਊਗਾ? ਆਪ ਉਹ ਕਿੱਦਾਂ ਦਾ ਰੱਬ ਹੋਊਗਾ ਜਿਹੜਾ ਕਹੂਗਾ ਤੂੰ ਭੁੱਖਾ ਰਹਿ ਮੈਂ ਤੈਨੂੰ ਮਿਲ ਜਾਣਾ? ਹਾਂ ਕਿੱਦਾਂ ਦਾ ਰੱਬ ਹੋਊਗਾ? ਜੇ ਉਹ ਰੱਬ ਆ ਉਹ ਫਿਰ ਇਹ ਰੱਬ ਨਹੀਂ ਹੈ ਜਿਹਨੇ ਬ੍ਰਹਮ ਦੀ ਰਚਨਾ ਕੀਤੀ। ਕਿਉਂਕਿ ਜਿਹੜਾ ਪ੍ਰਕਿਰਤੀ ਦੇ ਅਧੀਨ ਮੇਰਾ ਸਰੀਰ ਆਉਂਦਾ ਹੈ, ਪ੍ਰਕਿਰਤੀ ਜਿਹੜੀ ਆ ਉਹ ਡਿਪੈਂਡਡ ਹੈ। ਹੁਣ ਰੁੱਖ ਆ, ਰੁੱਖ ਨੂੰ ਪਾਣੀ ਵੀ ਚਾਹੀਦਾ, ਮਿੱਟੀ ਦੀ ਵੀ ਉਹਨੂੰ ਸ਼ਕਤੀ ਚਾਹੀਦੀ ਆ, ਤਾਂ ਹੀ ਤਾਂ ਵਧੇਗਾ ਫੁੱਲੇਗਾ। ਤੇ ਜੇ ਆਪਾਂ ਮਤਲਬ ਇਹ ਸੋਚਦੇ ਹਾਂ ਕਿ ਭੁੱਖੇ ਰਵਾਂਗੇ ਤੇ ਪ੍ਰਮਾਤਮਾ ਬੜਾ ਖੁਸ਼ ਹੁੰਦਾ ਹੈ, ਪਰ ਮੈਂ ਚੀਜ਼ ਵੇਖੀ ਜਿਹੜੇ ਬੰਦੇ ਭੁੱਖੇ ਰਹਿੰਦੇ ਉਹਨਾਂ ਦਾ ਧਿਆਨ ਰਾਸ਼ਨ 'ਚ ਹੀ ਰਹਿੰਦਾ। ਬਿਲਕੁਲ ਸਹੀ ਗੱਲ ਹੈ ਗੋਰਕੀ ਸਾਹਿਬ। ਸਾਡੇ ਨਾ ਉੱਥੇ ਮੇਰੀ ਜਿਹੜੀ ਪਹਿਲੀ ਕੰਪਨੀ ਸੀ ਨਾ ਵੈਲੈਂਟਾਈਨ ਮੈਰੀਟਾਈਮ, ਇੱਕ ਮਤਲਬ ਗਲਫ ਦੀ ਕੰਪਨੀ ਹੈ ਤੇ ਮੁਸਲਮਾਨ ਕਾਫੀ ਸਟਾਫ ਹੈ, 50-60% ਹੈ। ਇੱਥੇ ਮੁੰਡੇ ਆਪਣੇ ਇੰਡੀਆ ਦੇ ਵੀ ਹੈਗੇ ਤੇ ਬਾਹਰ ਦੇ ਵੀ, ਸੀਰੀਆ ਸੁਰੀਆ ਫਲਸਤੀਨ ਦੇ। ਤੇ ਮੈਂ ਉਹਨਾਂ ਨੂੰ ਕਹਿੰਦਾ ਮੈਂ ਤੁਸੀਂ ਜਦੋਂ ਰੋਜੀ ਰੱਖਦੇ ਜੋ ਤੁਹਾਡਾ ਵਜਨ ਵੱਧ ਕਿਉਂ ਜਾਂਦਾ? ਕਿਉਂ ਢਿੱਡ ਕਿੱਡੇ ਕਿੱਡੇ ਛੱਡੇ ਹੁੰਦੇ ਨਾ। ਕਹਿੰਦੇ ਸਿੰਘ ਹਮ ਤੋਂ ਕਮ ਹੀ ਖਾਤੇ ਹੈ। ਮੈਂ ਖਾਤੇ ਨਹੀਂ, ਤੁਸੀਂ ਪਹਿਲਾਂ ਹੀ ਜ਼ਿਆਦਾ ਖਾ ਲੈਂਦੇ ਸਵੇਰੇ। ਨਿਜਰ ਸਾਹਿਬ 4 ਵਜੇ ਹੀ ਲੱਗ ਜਾਂਦੇ ਆ ਗੋਰਕੀ ਸਾਹਿਬ, ਇੰਨਾ ਖਾਂਦੇ ਆ ਪੁੱਛੋ ਨਾ। ਫਿਰ ਸ਼ਾਮ ਨੂੰ ਜਦ ਰੋਜ਼ਾ ਖੋਲਦੇ ਆ ਉਦੋਂ ਵੀ ਫਿਰ ਜਿਹੜਾ ਹੈਗਾ ਪੂਰਾ ਛਕ ਲੈਂਦੇ। ਹਾਂ ਤੇ ਮੈਂ ਕਿਹਾ ਜੇ ਇਹ ਕਿਹੜਾ ਤਰੀਕਾ ਹੈ? ਵਜਨ ਤੁਹਾਡਾ ਘਟਣਾ ਚਾਹੀਦਾ ਜੇ ਤੁਸੀਂ ਰਾਸ਼ਨ ਛੱਡਿਆ। ਠੀਕ ਹੈ ਜੀ। ਹਾਂਜੀ ਨਿਜਰ ਸਾਹਿਬ। ਹਾਂ ਕਹਿੰਦੇ ਅੰਨੇ ਬਿਨਾਂ ਨਾ ਹੋਏ ਸੁਕਾਲ। ਕਹਿੰਦੇ ਅੰਨ ਤੋਂ ਬਿਨਾਂ ਜਿਹੜਾ ਹੈਗਾ ਸਮਾਂ ਜਿਹੜਾ ਹੈਗਾ ਸੋਹਣਾ ਨਹੀਂ ਲੰਘਦਾ ਭਾਈ। ਅੰਨੇ ਬਿਨਾਂ ਨਾ ਹੋਏ ਸੁਕਾਲ, ਖੁਸ਼ਹਾਲੀ ਨਹੀਂ ਆਉਂਦੀ। ਅੰਨ ਤੋਂ ਬਗੈਰ ਭਗਤੀ ਨਹੀਂ ਹੋ ਸਕਦੀ। ਵਿਚਾਰ ਕਿਵੇਂ? ਵਿਚਾਰ ਤਾਂ ਅੰਨ ਦੇ ਹੀ ਆਉਣੇ ਆ। ਉਹ ਕੋਈ ਕਹਿੰਦਾ ਕਿ 2 ਤੇ 2 4, ਕਹਿੰਦਾ 4 ਰੋਟੀਆਂ। ਹੁਣ ਭੁੱਖੇ ਨੇ ਤਾਂ ਰੋਟੀਆਂ ਦੀ ਗੱਲ ਕਰਨੀ ਹੈ ਭਾਈ। ਅੰਨੇ ਬਿਨਾਂ ਨਾ ਹੋਏ ਸੁਕਾਲ, ਤਜੀਏ ਅੰਨ ਨਾ ਮਿਲੇ ਗੋਪਾਲ। ਅੰਨ ਛੱਡਣ ਦੇ ਨਾਲ ਪਰਮਾਤਮਾ ਨਹੀਂ ਮਿਲਦਾ ਭਾਈ। ਕਹੋ ਕਬੀਰ ਹਮ ਐਸੇ ਜਾਣਿਆ, ਤਾਨਾ ਨਾਦ ਠਾਕੁਰ ਮਨ ਮਾਨਿਆ। ਕਹਿੰਦੇ ਮੈਂ ਤਾਂ ਆਹ ਗੱਲ ਸਮਝ ਲਈ ਭਾਈ, ਪੇਟ ਭਰਿਆ ਹੋਏ ਤੇ ਜਿੱਧਰ ਨੂੰ ਮਰਜੀ ਮਨ ਨੂੰ ਲੈ ਜਾਓ ਭਾਈ। ਜੇ ਪੇਟ ਭਰਿਆ ਨਹੀਂ ਹੈਗਾ ਤੇ ਮਨ ਨਹੀਂ ਮੰਨਦਾ ਭਾਈ, ਭਗਤੀ ਕਰਨ ਨੂੰ ਮਨ ਨਹੀਂ ਮੰਨਦਾ। ਹਾਂਜੀ ਵੀਰ ਜੀ। ਗੋਰਕੀ ਸਾਹਿਬ ਤੁਹਾਡਾ ਮਾਈਕ ਬੰਦ ਆ। ਹਾਂਜੀ ਠੀਕ ਹੈ। ਇੱਥੇ ਬਾਣੀ ਤੋਂ ਆਪਾਂ ਇਹ ਸਿੱਖਦੇ ਹਾਂ ਕਿ ਬਾਣੀ 'ਚ ਇਹ ਕਿਹਾ ਗਿਆ ਵਾ ਕਿ ਬਈ ਰੋਟੀ ਪਾਣੀ ਛੱਡਣ ਦੇ ਨਾਲ ਜਾਂ ਖਾਣ ਦੇ ਨਾਲ ਤੇਰੇ ਸਰੀਰ ਨੇ ਪ੍ਰਭਾਵ ਤੇ ਜ਼ਰੂਰ ਹੋਣਾ ਵਾ। ਪਰ ਜੇ ਤੂੰ ਸੋਚੇਂਗੇ ਕਿ ਰੋਟੀ ਨਹੀਂ ਖਾਧੀ ਤੇ ਪ੍ਰਮਾਤਮਾ ਬੜਾ ਖੁਸ਼ ਹੋ ਜਾਊਗਾ, ਉਹ ਉਹਦੀ ਗੱਲ ਵਧੀਆ ਨਹੀਂ ਹੈਗੀ। ਪਰ ਆਮ ਤੌਰ ਤੇ ਤੁਸੀਂ ਦੇਖ ਲਓ ਲੋਕੀ ਇਹਨਾਂ ਚੀਜ਼ਾਂ ਤੇ ਵਿਸ਼ਵਾਸ ਕਰਦੇ। ਕਿਸੇ ਨੂੰ ਸਮਝਾ ਦੋ ਇੱਥੇ ਬਾਣੀ 'ਚ ਤੁਕ ਲਿਖੀ ਆ, ਉਹ ਮੰਨ ਜਾਣਗੇ? ਨਾ, ਨਹੀਂ ਮੰਨਣਗੇ ਉਹ। ਕਿਉਂਕਿ ਫੀਲਿੰਗ ਬੜੀ ਮਿਲਦੀ ਹੈ ਨਾ ਕਿ ਮੈਂ ਅੱਜ ਰੋਟੀ ਨਹੀਂ ਖਾਧੀ, ਮੇਰਾ ਫਲਾਨਾ ਵਰਤ ਤੇ ਮੇਰਾ ਟਿਮਕਾ ਵਰਤ, ਔਰ ਉਹ ਚੀਜ਼ ਲੋਕ ਬਿਲੀਵ ਕਰਦੇ ਨੇ। ਪਰ ਪ੍ਰਮਾਤਮਾ ਜੇ ਸੋਚੋ ਕਿ ਤੁਹਾਡੇ ਭੁੱਖੇ ਰਹਿਣ ਦੇ ਨਾਲ ਤੁਹਾਡੇ ਜੀਵਨ 'ਚ ਬੜੀ ਕਿਰਪਾ ਕਰ ਦੂਗਾ, ਬੜਾ ਖੁਸ਼ ਹੋ ਜਾਊਗਾ, ਤੇ ਇਹ ਸਾਡੀ ਇੱਕ ਸੋਚ ਹੈ। ਕਿਉਂਕਿ ਪ੍ਰਮਾਤਮਾ ਸਾਡੇ ਕਰਮ ਵਹਿੰਦਾ ਪਿਆ, ਅਸੀਂ ਕਿੱਦਾਂ ਦੇ ਕਰਮ ਕਰਦੇ ਹਾਂ। ਰੋਟੀ ਖਾਧੀ ਨਹੀਂ ਖਾਧੀ ਇੱਕ ਅਲੱਗ ਮੈਟਰ ਹੈ। ਹੁਣ ਸਾਰਾ ਦਿਨ ਮੈਂ ਦੂਜੇ ਤਰੀਕੇ ਨਾਲ ਕੰਮ ਕਰਦਾ ਪਿਆ ਵਾਂ ਤੇ ਇੱਕ ਦਿਨ ਰੋਟੀ ਨਹੀਂ ਖਾਧੀ ਮੰਨ ਲਓ, ਤੇ ਇਹਦਾ ਮਤਲਬ ਤੇ ਇਹੋ ਹੀ ਆ ਕਿ ਮੈਂ ਧਾਰਮਿਕ। ਵੀਰ ਜੀ ਹਾਂਜੀ ਵੀਰ ਜੀ, ਕੱਲ ਨੂੰ ਕਰਵਾ ਚੌਥ ਦਾ ਵਰਤ ਆ। ਉਸ ਸਮੇਂ ਦੇ ਵਿੱਚ ਇਹ ਜਿਹੜਾ ਹੈਗਾ ਕਬੀਰ ਜੀ ਕੀ ਕਹਿ ਰਹੇ ਹੈਗੇ ਆ, ਬੜੀ ਵੰਡਰਫੁਲ ਗੱਲ ਆ। ਬਿਲਕੁਲ। ਸਾਡੇ ਨਾ ਜੀ ਰਸੋਈ ਦੇ ਵਿੱਚ ਮੈਡਮ ਨੇ ਨਾ ਜੀ ਲਿਆ ਕੇ ਸਵੀਟਸ ਹੋਰ ਸਾਰਾ ਕੁਝ ਪੂਰਾ ਸਜਾ ਲਿਆ ਆ, ਤੇ ਮੇਰਾ ਖਿਆਲ ਆ ਵੀ ਮਾਲਿਕ ਕਿਰਪਾ ਕਰੇ ਜੇ ਕਿਤੇ ਕਬੀਰ ਜੀ ਦੀ ਗੱਲ ਵੀ ਸੁਣ ਲੈਣ। ਥੈਂਕ ਯੂ ਵਾਹਿਗੁਰੂ ਜੀ। ਬਹੁਤ ਵਧੀਆ।
ਉਹ ਬਾਣੀ ਤੇ ਆਪਣੇ ਆਪ ਹੀ ਆ ਗਈ। ਪਰ ਉਹ ਮੁਸ਼ਕਲ ਆ, ਕਿਉਂਕਿ ਬੰਦੇ ਦੇ ਦਿਮਾਗ 'ਚ ਜਿਹੜਾ ਨਾ ਸੁਪੀਰੀਅਰ ਕੰਪਲੈਕਸ ਪਾ ਦਿੱਤਾ ਗਿਆ, ਔਰ ਬੰਦਾ ਇਹਨਾਂ ਚੀਜ਼ਾਂ 'ਚ ਖੁਸ਼ ਰਹਿੰਦਾ। ਪਰ ਇਹ ਇੱਕ ਅਲੱਗ ਚੀਜ਼ ਹੈ। ਇੱਕ ਨਿੱਜਾ ਸਾਹਿਬ ਦੁਨੀਆ ਨਾ ਇਹਨਾਂ ਚੀਜ਼ਾਂ 'ਚ ਕਿਉਂ ਵਿਸ਼ਵਾਸ ਕਰ ਲੈਂਦੀ ਹੈ? ਇਹ ਟੋਟਕੇ ਬੜੇ ਸਸਤੇ, ਖਰਚਾ ਕੁਛ ਵੀ ਨਹੀਂ, ਕੋਈ ਮਿਹਨਤ ਨਹੀਂ ਕਰਨੀ, ਤੇ ਰੋਟੀ ਵੀ ਬਰਾਬਰ ਖਾ ਲੈਣੀ, ਤੇ ਅੰਦਰ ਇੱਕ ਭਾਵਨਾ ਵੱਖਰੀ ਬਣਾ ਲੈਣੀ ਕਿ ਮੈਂ ਬਹੁਤ ਧਾਰਮਿਕ ਹਾਂ। ਅੱਜ ਦੀ ਨਿੱਜਰ ਸਾਹਿਬ ਵਿਚਾਰ। ਹਾਂਜੀ ਗੋਗੀ ਸਾਹਿਬ, ਬਸ ਜੇ ਹੋਰ ਲੈਣਾ ਹੈ ਤੇ ਇੱਕ ਇਸ ਤੋਂ ਅਗਲਾ ਸ਼ਬਦ ਨਾਮਦੇਵ ਜੀ ਦਾ ਹੈ, ਜੇ ਲੈਣਾ ਤੇ ਲੈ ਲੈਂਦੇ ਆਪਾਂ। ਛੋਟਾ ਟਾਈਮ ਹੈਗਾ ਤੁਹਾਡੇ ਕੋਲ? ਹਾਂਜੀ ਟਾਈਮ ਹੈਗੇ 6 ਮਿੰਟ ਤਾਂ ਹੈਗੇ, ਹੋ ਜਾਏਗਾ। ਚਲੋ ਠੀਕ ਹੈ, ਸ਼ੁਰੂ ਕਰੋ ਜੀ। ਕਿਉਂਕਿ ਇਹ ਜੀ ਕਬੀਰ ਸਾਹਿਬ ਦੀ ਬਾਣੀ ਜਿਹੜੀ ਹੈਗੀ ਗੌਣ ਰਾਗ ਦੇ ਵਿੱਚ ਪੂਰੀ ਹੋਈ। ਹੁਣ ਨਾਮਦੇਵ ਜੀ ਦਾ ਸ਼ਬਦ ਜਿਹੜਾ ਹੈਗਾ, ਇਹ ਪੰਜਵੀਂ ਪਾਤਸ਼ਾਹੀ ਨੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਐਡੀਟਿੰਗ ਕੀਤੀ ਹੈ, ਉਹਨਾਂ ਨੇ ਆਹ ਸ਼ਬਦ ਲਾਇਆ ਨਾਮਦੇਵ ਜੀ ਦਾ। ਇਸ ਤੋਂ ਬਾਅਦ ਹੁਣ ਦੇਖ ਲਓ ਭਾਈ ਐਡੀਟਰ, ਰਾਗ ਗੌਣ ਬਾਣੀ ਨਾਮਦੇਵ ਜੀ ਕੀ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਪਹਿਲਾ ਘਰ ਮਤਲਬ ਇੱਕ ਤੁਕ ਪੂਰੀ ਪੜੋ, ਬਸ ਅਸੁਮੇਧ ਜਗਨੇ, ਬਸ ਪੂਰਾ ਪੜ ਲਿਆ, ਇਹਦੇ ਅਰਥ ਕਰ ਲਓ। ਅਸੁਮੇਧ ਜਗਨੇ ਤੁਲਾ ਪੁਰਖ ਦਾਨੇ ਪਰਾਗ ਇਸ਼ਨਾਨੇ। ਕਹਿੰਦੇ ਪਹਿਲਾਂ ਜੱਗ ਕਰਦੇ ਹੁੰਦੇ ਸੀਗੇ ਘੋੜੇ ਦਾ ਜੱਗ, ਜਿੱਥੇ ਤੱਕ ਘੋੜਾ ਜਾਂਦਾ ਸੀਗਾ ਭਾਈ, ਉਹ ਭਾਈ ਜਿਹੜਾ ਜੇ ਉਹ ਘੋੜੇ ਨੂੰ ਕੋਈ ਫੜ ਲੂਗਾ ਤੇ ਫਿਰ ਕਹਿੰਦੇ ਰਾਜਾ ਲੜ ਲਾ, ਨਹੀਂ ਤਾਂ ਜਿੱਥੇ ਤੱਕ ਘੋੜਾ ਗਿਆ ਆ ਉਹ ਜ਼ਮੀਨ ਜਿਹੜੀ ਹੈਗੀ, ਜਿਹਨੇ ਘੋੜਾ ਛੱਡਿਆ ਆ ਉਹਦਾ ਹੋ ਗਈ ਜ਼ਮੀਨ, ਉਹ ਰਾਜ ਉਹਦਾ ਹੋ ਗਿਆ। ਕਹਿੰਦੇ ਭਾਵੇਂ ਜੇ ਜੱਗ ਅਸੁਮੇਧ ਜੱਗ ਕਰਾਲਾ ਤੁਲਾ ਪੁਰਖ ਦਾਨੇ, ਜੇ ਆਪਣੇ ਜਿਹੜੇ ਹੈਗੇ ਆਪਣੇ ਵਜਨ ਦੇ ਬਰੋਬਰ ਜਿਹੜਾ ਹੈਗਾ ਸੋਨਾ ਆਦਿ ਜਿਹੜਾ ਹੈਗਾ ਦਾਨ ਦੇ ਪਰਾਗ ਇਸ਼ਨਾਨੇ, ਭਾਵੇਂ ਜਿਹੜਾ ਹੈਗਾ ਉਹ ਪ੍ਰਯਾਗ ਦੇ ਵਿੱਚ ਜਾ ਕੇ ਜਿਹੜਾ ਹੈਗਾ ਗੰਗਾ ਉਹ ਤੀਰਥਾਂ ਦਾ ਉਹਦੇ ਦਰਿਆਵਾਂ ਦੇ ਵਿੱਚ ਇਸ਼ਨਾਨ ਕਰ ਲਾ। ਇਹ ਤਿੰਨੋਂ ਦੇ ਤਿੰਨੋਂ ਕੰਮ ਭਾਵੇਂ ਕਰ ਲਾ ਤੂੰ ਭਾਈ। ਤਉ ਨ ਪੂਜਸ ਹਰ ਕੀਰਤ ਨਾਮਾ, ਪਰਮੇਸ਼ਰ ਦੇ ਨਾਮ ਦੇ ਬਰੋਬਰ ਤਾਂ ਵੀ ਨਹੀਂ ਪੁੱਜ ਸਕਦਾ ਭਾਈ, ਤਾਂ ਵੀ ਨਹੀਂ ਪੁੱਜ ਸਕਦਾ। ਦੇਖ ਪਹਿਲਾਂ ਤੈਨੂੰ ਖਾਣ ਦੇ ਬਾਰੇ ਸਮਝਾਇਆ ਸੀ, ਅੰਨ ਨਹੀਂ ਛੱਡਣਾ। ਹੁਣ ਜਿਹੜਾ ਹੈਗਾ ਤੈਨੂੰ ਇਹ ਦੱਸ ਰਹੇ ਭਾਈ, ਇਹ ਜਿਹੜਾ ਦਾਨ ਪੁੰਨ ਜਿਹੜਾ ਕਰਨਾ ਇਹ ਮਾੜੀ ਗੱਲ ਨਹੀਂ ਆ, ਪਰ ਜੇ ਤੂੰ ਸਮਝੇ ਕਿ ਵੀ ਦਾਨ ਪੁੰਨ ਕਰਨ ਦੇ ਨਾਲ ਹੀ ਪਰਮਾਤਮਾ ਮਿਲ ਜੂਗਾ, ਤਾਂ ਭਾਈ ਇਹ ਗੱਲ ਗਲਤ ਹੈਗੀ ਆ। ਪਰਮੇਸ਼ਰ ਦੀ ਬੰਦਗੀ, ਉਹਦਾ ਨਾਮ ਜਪਣਾ, ਧਿਆਨ ਸਿਮਰਨ ਕਰਨਾ, ਉਹਦੇ ਬਗੈਰ ਮਾਲਕ ਪਰਮਾਤਮਾ ਦੀ ਨੇੜਤਾ ਨਹੀਂ ਹੁੰਦੀ। ਇਸ ਕਰਕੇ ਆਪਣੇ ਰਾਮ ਮੈਂ ਭਜ ਰੇ ਮਨ ਆਲਸੀਆ, ਆਪਣੇ ਰਾਮ ਨੂੰ, ਉਹ ਮਾਲਕ ਪਰਮਾਤਮਾ ਜਿਹੜਾ ਤੇਰੇ ਅੰਦਰ ਰਮਿਆ, ਤੇਰੇ ਅੰਦਰ ਹੈਗਾ, ਉਹਦਾ ਭਜਨ ਕਰ। ਹੇ ਮੇਰੇ ਮਨਾ, ਹੇ ਆਲਸੀਆ ਮੇਰੇ ਮਨਾ, ਉਹ ਮਾਲਕ ਦੀ ਬੰਦਗੀ ਕਰ। ਹਾਂਜੀ ਵੀਰ ਜੀ। ਠੀਕ ਹੋ ਸਾਧ ਸੰਗਤ ਜੀ। ਨਾਮਦੇਵ ਜੀ ਸਾਨੂੰ ਸਮਝਾ ਰਹੇ ਨੇ, ਕਹਿੰਦੇ ਕਿ ਪਹਿਲੇ ਅਸ਼ਮੇਘ ਜਾਗੇ ਨਾ ਘੋੜਾ ਵੱਢਦੇ ਸੀ ਉਦੋਂ, ਜੱਗ ਕਰਦੇ ਸੀ, ਹਨਾ। ਜੱਗ ਦਾ ਮਤਲਬ ਕਿ ਜੋ ਵੀ ਆ, ਜਿੱਦਾਂ ਆਪਾਂ ਲੰਗਰ ਲਾਉਂਦੇ ਆ ਨਾ, ਉਹ ਚੀਜ਼ ਹੀ ਲਾ ਲਓ। ਇਹ ਜੱਗ ਕਰਦੇ ਸੀ ਉਦੋਂ, ਦਾਨ ਪੁੰਨ ਕਰਦੇ ਸੀ। ਜੱਗ ਦਾ ਮਤਲਬ ਕਿ ਬੜੇ ਪੰਡਤਾਂ ਨੂੰ ਸੱਦ ਕੇ, ਸਾਧੂਆਂ ਨੂੰ ਸੱਦ ਕੇ ਬੜੀ ਭੀੜ ਇਕੱਠੀ ਕਰਨੀ। ਫਿਰ ਅਸ਼ਮੇਧ ਜੱਗ ਉਦੋਂ ਹੁੰਦਾ ਸੀ, ਸਭ ਤੋਂ ਵੱਡਾ ਜੱਗ ਇਹ ਘੋੜੇ ਦੀ ਬਲੀ ਦਿੰਦੇ। ਠੀਕ ਹੈ ਜੀ। ਕਹਿੰਦੇ 100 ਵਾਰੀ ਜੱਗ ਕਰਾ ਲਓ ਅਸ਼ਮੇਧ ਜੱਗ, ਤੇ ਕਹਿੰਦੇ ਫਿਰ ਕਹਿੰਦੇ ਇੰਦਰ ਦੇਵਤਾ ਦਾ ਰਾਜ ਮਿਲ ਜੂਗਾ। ਆਹੋ, ਏਦਾਂ ਦੀਆਂ ਗੱਪਾਂ ਮਾਰ ਕੇ ਲੋਕਾਂ ਨੂੰ ਪਤਾ ਨੀ ਕਿੱਥੇ ਭੇਜਿਆ। ਇਹਦੇ ਤੁਲਾ ਪੁਰਖ ਦਾਨੇ, ਤੋਲ ਕੇ ਆਪਣੇ ਬਰਾਬਰ ਸੋਨਾ ਚਾਂਦੀ ਦੇ ਦੋ। ਲਓ ਜੀ, ਹੋਰ ਵੇਖ ਲਓ ਤਰੀਕੇ ਕਿੱਦਾਂ ਦੇਸੀ ਜੁਗਾੜ ਕੀਤੇ ਲੋਕਾਂ ਨੇ। ਕਹਿੰਦੇ ਪ੍ਰਾਗ ਇਸ਼ਨਾਨੇ, ਪ੍ਰਾਗ ਦੇ ਵਿੱਚ ਨਿਜਰ ਸਾਹਿਬ ਜਮਨਾ, ਗੰਗਾ ਤੇ ਸਰਸਵਤੀ, ਇਹਨਾਂ ਤਿੰਨਾਂ ਨਦੀਆਂ ਦਾ ਮਿਲਣ ਹੁੰਦਾ। ਔਰ ਜਿੱਦਾਂ ਆਪਣੇ ਤੀਰਥਾਂ ਤੇ ਵੀ ਲਿਖਿਆ ਲੋਕਾਂ ਨੇ ਕਿ ਇੱਥੇ ਤੁਸੀਂ ਇਸ਼ਨਾਨ ਕਰ ਲਓ ਤੇ ਪਤਾ ਨਹੀਂ ਤੁਹਾਡੀ 84 ਕੱਟੀ ਜਾਊਗੀ, ਇੱਥੇ ਪਤਾ ਨਹੀਂ ਕਿੰਨੇ ਜੱਗਾਂ ਦਾ। ਮੈਂ ਨਾ ਦਰਬਾਰ ਸਾਹਿਬ ਲਿਖਿਆ ਪੱਥਰ ਤੇ, ਉਰਲੇ ਬੰਨੇ ਨਿਜਰ ਸਾਹਿਬ ਦੁੱਖ ਭੰਜਣੀ ਬੇਰੀ ਹੈਗੀ ਨਾ, ਹਾਂ ਉੱਥੇ ਲਿਖਿਆ ਇਸ਼ਨਾਨ ਦੇ ਬਾਰੇ। ਆਹੋ ਦੇਖਿਆ, ਔਰ ਲੋਕੀ ਵਿਸ਼ਵਾਸ ਕਰਦੇ, ਲੋਕੀ ਨਹਾਉਣ ਜਾਂਦੇ ਉੱਥੇ। ਪਰ ਇਹ ਨਹੀਂ ਦੱਸਿਆ ਕਿ ਜੀਵਨ ਉੱਚਾ ਕਰਨਾ ਹੈ, ਭਗਤੀ ਕਰਨੀ ਹੈ। ਉਹ ਕਹਿੰਦੇ ਬਸ ਇਸ਼ਨਾਨ ਕਰ ਲਓ, ਬਸ ਤੁਸੀਂ ਫਰੀ ਜੋ।
ਬਾਕੀ ਉਹ ਲਿਖਤਾ ਪੱਥਰ ਤੇ। ਹੁਣ ਜਿਹਨੇ ਲਿਖਿਆ ਮੈਨੂੰ ਪਤਾ ਨਹੀਂ ਉਹਨੇ ਕਿਹਨੇ ਲਿਖਿਆ, ਪਰ ਲਿਖ ਦਿੱਤਾ। ਹੁਣ ਲਿਖਣ ਦੀ ਗੱਲ ਨਹੀਂ ਹੈਗੀ, ਵਿਸ਼ਵਾਸ ਕਰਦੇ ਲੋਕੀ ਉਹ ਜੀ ਕਿ ਸਾਡੀ 84 ਕੱਟੀ ਜਾਊਗੀ, ਪਤਾ ਨਹੀਂ ਕਿੰਨੇ ਤੀਰਥਾਂ ਦਾ ਫਲ ਮਿਲੂਗਾ। ਆ ਬਾਣੀ 'ਚ ਵੇਖੋ, ਇੱਥੇ ਤੇ ਨਹੀਂ ਲਿਖਣ ਦਿਓ ਵਿਜੇ ਸਾਹਿਬ। ਬਿਲਕੁਲ ਸਹੀ ਗੱਲ ਆ, ਬਾਣੀ 'ਚ ਨਹੀਂ, ਬਾਣੀ ਨਹੀਂ ਕਹਿੰਦੀ ਭਾਈ, ਬਾਣੀ ਭਗਤੀ ਤੋਂ ਬਗੈਰ ਟਸ ਤੋਂ ਮਸ ਨਹੀਂ ਹੁੰਦੀ ਭਾਈ, ਉਹ ਨਹੀਂ ਹੁੰਦੀ। ਤੇ ਪਰ ਆਹ ਤੋਂ ਕਿਸੇ ਨੇ ਪੜ੍ਹਨੀ ਵੀ ਨਹੀਂ ਆ ਤੇ ਨਾ ਵਿਆਖਿਆ ਕਰਨੀ ਇਹਦੀ। ਇਹ ਤੇ ਬਾਬੇ ਨੇ ਕਥਾ ਕਰਨਾ ਸ਼ੁਰੂ ਵੀ ਕਰਤੀ ਤੇ ਰੌਲਾ ਪਿਆ ਨਾ ਉਦੋਂ ਹੀ, ਉਹਦੀ ਨੌਕਰੀ ਤੇ ਭਸੂੜੀ ਪਏ ਨੇ। ਕਹਿੰਦੇ ਪ੍ਰਾਗ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ, ਬਈ ਉੱਥੇ ਗੱਲੀ ਪ੍ਰਾਗ ਦੀ ਗੱਲ ਨਹੀਂ ਕੀਤੀ, ਉਹ ਕਹਿੰਦੇ ਜਿੱਥੇ ਮਰਜੀ ਤੂੰ ਇਸ਼ਨਾਨ ਕਰੀ ਫਿਰਦਾ ਨਾ, ਕਹਿੰਦੇ ਤੇਰੇ ਮਨ ਦੀ ਮੈਲ ਨਾ ਜਾਵੇ ਤੀਰਥਾਂ ਚ ਨਹਾਉਣ ਵਾਲਿਆ। ਬਿਲਕੁਲ, ਦੇਖੋ ਬਾਣੀ ਕਹਿੰਦੀ ਤਉ ਨਾ ਪੂਜਸ ਹਰ ਕੀਰਤ ਨਾਮਾ, ਕਹਿੰਦੇ ਤਾਂ ਵੀ ਇਹ ਤਿੰਨੋਂ ਕਰ ਲਾ, ਭਾਵੇਂ ਅਸਮੇਕ ਜਗ ਕਰ ਲਾ, ਭਾਵੇਂ ਪ੍ਰਯਾਗ ਇਸ਼ਨਾਨ ਕਰ ਲਾ, ਭਾਵੇਂ ਜਿਹੜਾ ਹੈਗਾ ਦਾਨ ਕਰ ਲਾ ਆਪਣੇ ਬਰੋਬਰ ਦਾ ਸੋਨਾ ਚਾਂਦੀ, ਤਾਂ ਵੀ ਕਹਿੰਦੇ ਪਰਮੇਸ਼ਰ ਦੇ ਨਾਮ ਦੇ ਬਰੋਬਰ ਨਹੀਂ ਪਹੁੰਚ ਸਕਦੀ ਇਹ ਚੀਜ਼ਾਂ। ਇਸ ਕਰਕੇ ਆਪਣੇ ਰਾਮੇ ਭਜਰੇ ਮਨ ਆਲਸੀਆ, ਹੇ ਮੇਰੇ ਆਲਸੀ ਮਨ ਭਗਤੀ ਕਰ ਪਿਆਰਿਆ, ਭਗਤੀ ਕਰ। ਹਾਂਜੀ ਵੀਰ ਜੀ। ਆਲਸੀ ਦਾ ਮਤਲਬ ਇਹ ਤੇ ਸ਼ਾਰਟਕਟ ਨਾ ਲੱਭ। ਜਿਹੜੀ ਤੂੰ ਟੈਕਨੀਕ ਵਰਤੀ ਜਾਂਦਾ ਨਾ ਜ਼ਮੀਨ ਵਾਲੀ, ਉਹ ਨਹੀਂ ਉਹ ਚੱਲਣੀ। ਉੱਥੇ ਭਗਤੀ ਤੋਂ ਬਿਨਾਂ, ਗੋਬਿੰਦ ਭਗਤੀ ਬਿਨਾਂ ਤਿਲ ਨਾ ਮਾਨੇ, ਬਣ ਗਿਆ ਨਹੀਂ ਕਰੀ ਜੈਸਾ। ਬਿਲਕੁਲ, ਭਗਤੀ ਤੋਂ ਬਿਨਾਂ ਨਹੀਂ ਗੱਲ ਬਣਨੀ, ਕਿਉਂਕਿ ਭਗਤੀ ਤੋਂ ਬਿਨਾਂ ਤੇਰਾ ਮਨ ਨਹੀਂ ਸ਼ੁੱਧ ਹੋਣਾ, ਨਾ ਤੇਰੇ ਚਿੱਤ ਨੇ ਸਾਫ਼ ਹੋਣਾ। ਪਵਿੱਤਰਤਾ ਤੇਰੇ ਜੀਵਨ ਚ ਉਦੋਂ ਹੀ ਆਉਣੀ ਹੈ ਜਦੋਂ ਤੂੰ ਭਗਤੀ ਕਰੇਗਾ। ਔਰ ਭਗਤੀ ਵੀ ਪਤਾ ਕਿਹਦੀ, ਕਿਸੇ ਮੂਰਤੀ ਦੀ ਨਹੀਂ, ਕਿਸੇ ਆਕਾਰ ਦੀ ਨਹੀਂ, ਨਿਰਾਕਾਰ ਬ੍ਰਹਮ ਦੀ। ਬਿਲਕੁਲ, ਬਾਣੀ ਤਾਂ ਮਹਾਰਾਜ ਤਾਂ ਕਹਿੰਦੇ ਕਿ ਅਵਰ ਕਰਤੂਤ ਸਗਲੀ ਜਮ ਡਾਨੇ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੇ। ਕਹਿੰਦੇ ਜੋ ਕੁਛ ਵੀ ਅਵਰ ਕਰਤੂਤ ਦੇ ਵਿੱਚ ਆ ਗਿਆ, ਸਾਰਾ ਜਿਹੜਾ ਹੈਗਾ ਆ ਦਾਨ ਕਰਨਾ, ਪ੍ਰਯਾਗ ਇਸ਼ਨਾਨ ਕਰਨਾ, ਹੋਰ ਸਾਰਾ ਕੁਛ ਵਿੱਚ ਆ ਗਿਆ ਇਹਦੇ। ਅਵਰ ਕਰਤੂਤ ਸਗਲੀ, ਸਾਰੀਆਂ ਜਮ ਡਾਨੇ, ਜਮ ਦੇ ਦੰਦ ਤੋਂ ਜਿਹਨਾਂ ਦੇ ਵਿੱਚ ਜਾਣੋ ਬਚ ਨਹੀਂ ਸਕਦਾ। ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੇ, ਭਗਤੀ ਦੇ ਬਗੈਰ, ਧਿਆਨ ਸਿਮਰਨ ਦੇ ਬਗੈਰ ਤਿਲ ਵੀ ਨਹੀਂ ਮੰਨਦੇ ਭਾਈ, ਤਿਲ ਵੀ ਨਹੀਂ ਮੰਨਦੇ। ਹਾਂਜੀ ਠੀਕ ਹੈ ਨਿੱਜੇ ਸਾਹਿਬ। ਅਗਲੀ, ਆਪਣੇ ਰਾਮੇ ਭਜਰੇ ਮਨ ਆਲਸੀਆ, ਹੀ ਮੇਰੇ ਮਨਾ ਭਗਤੀ ਕਰ, ਧਿਆਨ ਸਿਮਰਨ ਕਰ, ਆਲਸ ਨਾ ਕਰ ਰਹਾਓ। ਗਿਆ ਪਿੰਡ ਭਰਤਾ ਬਨਾਰਸ ਅਸ ਬਸਤਾ, ਕਹਿੰਦੇ ਭਾਵੇਂ ਗਿਆ ਦੇ ਵਿੱਚ ਜਾ ਕੇ, ਗਿਆ ਜਿਹੜਾ ਹੈਗਾ ਇਹ ਜਿਹੜਾ ਹੈਗਾ ਇਹਨਾਂ ਦਾ ਜਿਹੜਾ ਹੈਗਾ ਉੱਥੇ ਜਾ ਕੇ ਜਿਹੜਾ ਹੈ ਨਾ, ਇਹ ਆਪਣੇ ਪਿਤਰਾਂ ਦੇ ਨਿਮਿਤ ਜਿਹੜੇ ਹੈਗੇ ਪਿੰਡ ਭਰਾਉਂਦੇ ਆ, ਉਹ ਜਿਹੜੇ ਉਹ ਦਾਨ ਪੁੰਨ ਕਰਦੇ ਆ, ਔਰ ਜਿਹੜੀਆਂ ਪਿੰਨੀਆਂ ਪੁੰਨੀਆਂ ਜੋ ਵੀ ਹੈ ਸਾਰਾ ਕੁਛ ਆਟੇ ਊਟੇ ਦੀਆਂ ਉਹਨਾਂ ਦੇ ਨਿਮਿਤ ਜਿਹੜੇ ਹੈਗੇ ਪਿੰਡੀਆਂ ਵੱਟਦੇ ਆ, ਦਿੰਦੇ ਆ। ਗਿਆ ਪਿੰਡ ਭਰਤਾ ਬਨਾਰਸੇ ਅਸ ਬਸਤਾ, ਕਈ ਲੋਕ ਐਸੇ ਹੁੰਦੇ ਧਾਰਮਿਕ ਸਥਾਨ ਦੇ ਉੱਤੇ ਜਾ ਕੇ ਕਹਿੰਦੇ ਉੱਥੇ ਜਾ ਕੇ ਪ੍ਰਾਣ ਤਿਆਗ ਦਿੰਦੇ, ਬਈ ਮੁਕਤ ਹੋ ਜਾਵਾਂਗੇ, ਬਨਾਰਸ ਆ ਸ਼ਿਵ ਜੀ ਦੀ ਨਗਰੀ ਆ ਗਈ, ਆਪਣੇ ਵੀ ਜਿਹੜਾ ਕਹਿੰਦੇ ਅੰਮ੍ਰਿਤਸਰ ਜਾ ਕੇ ਉੱਥੇ ਵਸ ਲਾਂਗੇ। ਤੇ ਕਹਿੰਦੇ ਨਾ ਬਈ ਨਾ, ਮੁੱਖ ਵੇਦ ਚਤੁਰ ਪੜਤਾ, ਕਹਿੰਦੇ ਗਿਆਨ ਨੂੰ ਜਿੰਨਾ ਮਰਜ਼ੀ ਪੜ੍ਹ ਲਾ ਪਿਆ ਮੂੰਹ ਦੇ ਨਾਲ, ਚਾਰੋਂ ਵੇਦ ਪੜ੍ਹ ਲਾ, ਹੋਰ ਧਾਰਮਿਕ ਗ੍ਰੰਥ ਜਿਹੜੇ ਧਰਮ ਦਾ ਹੈਗਾ ਉਹ ਆਪਣੇ ਧਰਮ ਦੇ ਗ੍ਰੰਥ ਪੜ੍ਹ ਕੇ ਦੇਖ ਲਾ ਪਾਏ। ਕਹਿੰਦੇ ਗੱਲ ਬਣਨ ਵਾਲੀ ਨਹੀਂ ਹੈ ਧਿਆਨ ਸਿਮਰਨ ਭਗਤੀ ਦੇ ਬਗੈਰ। ਸਗਲ ਧਰਮ ਅਛਿੱਤਾ, ਕਹਿੰਦੇ ਸਾਰੇ ਦੇ ਸਾਰੇ ਧਰਮ ਜਿਹੜੇ ਹੈਗੇ ਆ, ਸਾਰੇ ਦੇ ਸਾਰੇ ਧਰਮ ਜਿਹੜੇ ਹੈਗੇ ਆ ਉਹ ਕਰ ਲਾ ਤੂੰ, ਸਾਰੇ ਦੇ ਸਾਰੇ ਧਰਮ। ਸਗਲ ਧਰਮ ਅਛਿੱਤਾ, ਜਿੰਨੇ ਵੀ ਧਰਮ ਹੈਗੇ ਸਾਰੇ ਦੇ ਸਾਰੇ ਧਰਮ ਕਰ ਲਾ, ਜਿੰਨੇ ਵੀ ਪੂਰੀ ਤਰ੍ਹਾਂ ਜਿਹੜਾ ਹੈ ਪੂਰੇ ਜਿਹੜੇ ਇਮਾਨਦਾਰੀ ਨਾਲ ਕਰ ਲਾ, ਜਿਹੜੇ ਹੈਗੇ ਕਰਮ ਕਾਂਡ ਇਮਾਨਦਾਰੀ ਨਾਲ ਕਰਕੇ ਦੇਖ ਲਾ। ਗੁਰ ਗਿਆਨ ਇੰਦਰੀ ਦ੍ਰਿੜਤਾ, ਔਰ ਜਿਹੜਾ ਹੈਗਾ ਭਾਵੇਂ ਜਿਹੜਾ ਹੈਗਾ ਤੇਰਾ ਜਿਹੇ ਜਿਹਾ ਮਰਜ਼ੀ ਮਛੰਦਰਨਾਥ ਗੋਰਖਨਾਥ ਗੁਰੂ ਹੋਏ, ਆਪਣੀਆਂ ਇੰਦਰੀਆਂ ਨੂੰ ਜਿਹੜਾ ਹੈਗਾ ਕਾਬੂ ਕਰਨ ਦੀ ਜਿਹੜੀ ਹੈਗੀ ਉਹਨੇ ਲੰਗੋਟੇ ਲਾਏ ਹੋਣ, ਤੇ ਤੈਨੂੰ ਵੀ ਜਿਹੜੀ ਗੁੜਤੀ ਦਿੱਤੀ ਹੋਏ। ਕਹਿੰਦੇ ਖਟ ਕਰਮ ਸਹਿਤ ਰਹਿਤਾ, ਭਾਵੇਂ ਜਿਹੜੇ ਹੈਗੇ 6 ਸ਼ਾਸਤਰ ਜੋ ਵੀ ਕਰਮ ਕਹਿ ਰਹੇ ਆ ਉਹ ਸਾਰੇ ਦੇ ਸਾਰੇ ਕਰਮ ਕਰਦਾ ਹੋਏ। ਹੁਣ ਅੱਗੇ ਸਿਵਾ ਸ਼ਕਤ ਸੰਬਾਦੰਗ, ਸ਼ਿਵ ਕਹਿੰਦੇ ਆ, ਸ਼ਿਵ ਜੀ ਜਿਹੜੇ ਹੈਗੇ ਕਹਿੰਦੇ ਸ਼ਿਵਾ ਸ਼ਕਤ ਜਿਹੜੇ ਹੈਗੇ, ਜਿਵੇਂ ਸ਼ਿਵ ਜੀ ਤੇ ਪਾਰਵਤੀ ਦੀ ਜਿਹੜੀ ਹੈਗੀ ਆ ਸੰਵਾਦ ਹੈਗੇ ਆ, ਜਾਂ ਰਾਮਾਇਣ ਹੈਗੀ ਆ, ਜਾਂ ਹੋਰ ਜਿਹੜੇ ਹੈਗੇ ਆ ਹੋਰ ਗ੍ਰੰਥ ਜਿਹੜੇ ਹੈਗੇ ਸਾਰੇ ਦੇ ਸਾਰੇ ਇਹ ਜਿਹੜੇ ਹੈਗੇ ਇਹਨੂੰ ਸੁਣਦਾ ਹੋਏ। ਸ਼ਿਵਾ ਸ਼ਕਤ ਸੰਵਾਦੰਗ ਮਨ ਛੋੜ ਸਗਲ ਭੇਦੰਗ, ਹੇ ਮੇਰੇ ਮਨਾ, ਇਹ ਸਾਰੇ ਦੇ ਸਾਰੇ ਕਰਮਕਾਂਡ ਭੇਦ ਕੀ ਆ,
ਇਹ ਸਾਰੇ ਦੇ ਸਾਰੇ ਪਰਮਾਤਮਾ ਤੋਂ ਦੂਰ ਲਿਜਾਣ ਵਾਲੇ ਆ। ਇਹ ਭੇਦ ਛੱਡ ਦੇ ਭਾਈ, ਇਹ ਕਰਮ ਕਾਂਡ ਛੱਡ ਦੇ। ਹੇ ਮੇਰੇ ਮਨਾ, ਮਨ ਛੋੜ ਸਿਵਾ ਸ਼ਕਤ ਸੰਬਾਦੰਗ, ਮਨ ਛੋੜ ਛੋੜ ਸਗਲ ਭੇਦੰਗ। ਕੀ ਕਰ ਭਾਈ? ਸਿਮਰ ਸਿਮਰ ਗੋਬਿੰਦੰ। ਉਸ ਗੋਬਿੰਦ ਮਾਲਕ ਪਰਮਾਤਮਾ ਦਾ ਭਜਨ ਕਰ ਲਾ, ਸਿਮਰਨ ਕਰ ਲਾ, ਸਮਰਨ ਕਰ ਲਾ। ਉਹ ਮਾਲਕ ਤਾਂ ਤੇਰੇ ਅੰਦਰ ਹੀ ਬੈਠਾ ਹੋਇਆ ਪਿਆਰਿਆ। ਭਜ ਨਾਮਾ ਤਰਸ ਭਵ ਸਿੰਦੰਗ। ਤੂੰ ਨਾਮ ਪਰਮੇਸ਼ਰ ਦੇ ਨਾਮ ਦਾ ਭਜਨ ਕਰ। ਭਜ ਨਾਮਾ ਤਰਸ ਭਵ ਸਿੰਦੰਗ। ਭਜ ਨਾਮਾ ਦਾ ਮਤਲਬ ਨਾਮਦੇਵ ਜੀ ਕਹਿੰਦੇ ਹੈ ਮੇਰੇ ਮਨਾ, ਉਹ ਮਾਲਕ ਦਾ ਭਜਨ ਕਰ। ਹੇ ਨਾਮਿਆ, ਮਾਲਕ ਦਾ ਭਜਨ ਕਰ। ਤਰਸ ਭਵ ਸਿੰਦੰਗ, ਇਹ ਸੰਸਾਰ ਸਮੁੰਦਰ ਤਰ ਜਾਏਗਾ ਪਿਆਰਿਆ, ਨਹੀਂ ਤਾਂ ਇਹਦੇ ਵਿੱਚ ਹੀ ਗੋਤੇ ਖਾਂਦਾ ਰਹੇਗਾ। ਹਾਂਜੀ ਵੀਰ ਜੀ। ਮਾਈਕ ਮਿਊਟ ਨਹੀਂ ਹੋ ਗਿਆ। ਹੂੰ, ਠੀਕ ਹੈ ਸਾਧ ਸੰਗਤ ਜੀ, ਦੇਖ ਲਓ ਉਹਨਾਂ ਨੇ ਸਾਰਾ ਸਾਨੂੰ ਸਮਝਾਤਾ ਕਿ ਬੇਸ਼ੱਕ ਤੂੰ ਵੇਦ ਪੜ੍ਹੀ ਜਾਂਦਾ, ਗ੍ਰੰਥਾਂ ਨੂੰ ਪੜ੍ਹ ਕੇ ਬੜਾ ਚਤਰ ਬਣਿਆ ਪਿਆ, ਬਨਾਸ ਦੇ ਵਿੱਚ ਬੈਠਾ ਵਾਂ, ਉੱਥੇ ਤੂੰ ਰਹਿਣਾ ਤੇ ਗੁਰ ਗਿਆਨ ਇੰਦਰੀ ਦਿਲਾਵੇ। ਤੇ ਜੇ ਤੂੰ ਐਸੇ ਬੰਦਿਆਂ ਕੋ ਵੀ ਬੈਠਾ ਜਿਹੜਾ ਤੈਨੂੰ ਇੰਦਰੀਆਂ ਨੂੰ ਕਿੱਦਾਂ ਕਾਬੂ ਕਰਨਾ ਤੈਨੂੰ ਸਮਝਾਉਂਦਾ ਹੈ, ਖਟ ਕਰਮ ਸਹਿਤ ਰਹਿਤਾ 6 ਸ਼ਾਸਤਰਾਂ ਦੇ ਅਨੁਸਾਰ ਕਰ, ਜਿਹੜਾ ਪੂਰਾ ਜਿਹੜਾ ਹੈਗਾ ਉਹ ਜਿਹੜਾ ਹੈਗਾ ਤੂੰ ਆਪਣਾ ਜਿਹੜਾ ਦਰਸ਼ਨ ਸ਼ਾਸਤਰ ਜਿਹੜਾ ਉਹੀ ਜੀ ਸ਼ਕਲ, ਉਹੇ ਜਿਹੇ ਕੱਪੜੇ ਉਹ ਬਣਾਇਆ ਹੋਏ, ਤੂੰ ਸਾਰਾ ਕੁਛ ਖਟ ਕਰਮ 6 ਸ਼ਾਸਤਰਾਂ ਦੇ ਅਨੁਸਾਰ ਰਹਿਤ ਹੋਏ ਤੇਰੀ ਰਹਿਤ ਮਰਿਆਦਾ। ਹਾਂਜੀ, ਰਹਿਤ ਮਰਿਆਦਾ 'ਚ ਚੱਲਣਾ ਕਹਿਣ ਤੋਂ ਭਾਵ ਕਿ ਤੇਰਾ ਖੁਦ ਦਾ ਗਿਆਨ ਨਹੀਂ, ਦੂਜੇ ਨੇ ਦੱਸਿਆ ਸੱਜੇ ਖੱਬੇ ਅੱਗੇ ਪਿੱਛੇ ਉੱਪਰ ਥੱਲੇ ਤੂੰ ਜਾਨਾ ਬਹਿਨਾ ਖਲੋਨਾ ਔਰ ਜੋ ਕਹਿੰਦੇ ਤੂੰ ਕਰੀ ਜਾਂਦਾ ਵਾ। ਇਹ ਸਭ ਤੇਰੇ ਮਤਲਬ ਤੇਰੇ ਅੰਦਰ ਗਿਆਨ ਨਹੀਂ ਪੈਦਾ ਕਰਦਾ ਨਾ, ਤੇਰੇ ਅੰਦਰ ਜਿਹੜਾ ਹਨੇਰਾ ਹੈ ਉਹਨੂੰ ਦੂਰ ਨਹੀਂ ਕਰ ਸਕਦੇ। ਔਰ ਤੂੰ ਕੀ ਸੋਚਦਾ ਏਦਾਂ ਹੋ ਜਾਊਗਾ? ਨਹੀਂ ਹੋਏਗਾ। ਕਹਿੰਦੇ ਮਨ ਛੋੜ ਸਗਲ ਭੇਦੰ। ਹਾਂ, ਇਹ ਸਾਰੇ ਭੇਦ ਆ, ਰੱਬ ਤੋਂ ਦੂਰੀ ਬਣਾਉਣ ਵਾਲੀਆਂ ਚੀਜ਼ਾਂ ਹੈਗੀਆਂ। ਇਹ ਕਰਮ ਕਾਂਡ ਇਹਨਾਂ ਨੂੰ ਛੱਡ ਦੇ ਪਿਆਰਿਆ ਮੇਰੇ ਮਨਾ। ਸੁਣਿਆ ਉਹ ਕਹਿੰਦੇ ਸਾਰੇ ਜਿਹੜੇ ਤੂੰ ਜਿਹੜੇ ਕਰਮ ਕਾਂਡ ਕਰ ਰਹੇ ਇਹਨੂੰ ਛੱਡ ਦੇ। ਸਿਮਰ ਗੋਬਿੰਦ। ਭਜ ਨਾਮ ਤਰਸ ਭਵ ਸਿੰਧ। ਹਾਂ, ਭਜ ਨਾਮਾ ਤਰਸ ਭਵ ਸਿੰਧੰ। ਹੇ ਨਾਮਦੇਵ, ਹੇ ਨਾਮਿਆ, ਹੇ ਮੇਰੇ ਮਨਾ, ਭਜਨ ਕਰ ਪਰਮਾਤਮਾ ਦਾ, ਸੰਸਾਰ ਸਮੁੰਦਰ ਤਰ ਜਾਏਗਾ। ਬਿਲਕੁਲ ਠੀਕ ਹੈ ਜੀ। ਭਗਤੀ ਤੋਂ ਬਿਨਾਂ ਕਹਿੰਦੇ ਤੁਹਾਡਾ ਕੋਈ ਛੁਟਕਾਰਾ ਨਹੀਂ ਹੈਗਾ ਜੀ, ਤੇ ਨਾ ਵਹਿਮਾਂ ਭਰਮਾਂ ਚ ਪਇਓ। ਤੇ ਹੁਣ ਜੇ ਅਗਰ ਆਪਾਂ ਇਹ ਸੋਚਦੇ ਹਾਂ ਕਿ ਜੀਵਨ ਨੂੰ ਆਪਾਂ ਸਹੀ ਤਰੀਕੇ ਨਾਲ ਸਮਝਣਾ ਹੈ ਤੇ ਉਹਦੇ ਲਈ ਇੱਕੋ ਹੀ ਤਰੀਕਾ ਹੈ ਭਗਤੀ। ਬਿਲਕੁਲ, ਦੇਖ ਲਓ ਸਾਰੀ ਨਿੱਜਰ ਸਾਹਿਬ। ਹਾਂਜੀ, ਭਗਤੀ ਤੋਂ ਬਿਨਾਂ ਤੁਹਾਨੂੰ ਸੋਝੀ ਨਹੀਂ ਆਉਣੀ। ਬਿਲਕੁਲ ਨਹੀਂ ਆਉਣੀ, ਬਿਲਕੁਲ ਨਹੀਂ ਆਉਣੀ। ਬਾਕੀ ਤੇ ਲੋਕਾਂ ਦਾਤਾ ਪੂਰਨੇ ਪਾਈ ਜਾਂਦੇ, ਤੁਸੀਂ ਮਗਰ ਲੀਕਾਂ ਪਾਈ ਜਾਓਗੇ, ਕੀ ਹੋਊਗਾ? ਗਿਆਨ ਨਹੀਂ ਹੋਣਾ। ਗਿਆਨ ਕਿੱਥੋਂ ਹੋਣਾ? ਗਿਆਨ ਤੇ ਤੁਹਾਡੇ ਅੰਦਰ ਹੈ। ਗਿਆਨ ਦਾ ਮਤਲਬ ਇਹ ਨਹੀਂ ਕਿ ਮੈਂ ਸਾਇੰਟਿਸਟ ਬਣ ਜਾਊਂਗਾ। ਗਿਆਨ ਦਾ ਮਤਲਬ ਕਿ ਮੈਂ ਜੀਵਨ ਨੂੰ ਬਤੀਤ ਕਿੱਦਾਂ ਕਰਨਾ ਹੈ, ਮੇਰਾ ਜੀਵਨ ਕੀ ਆ ਤੇ ਮੇਰਾ ਮਕਸਦ ਕੀ ਹੈ, ਮੈਂ ਇੱਥੇ ਕਰਦਾ ਕੀ ਫਿਰਨਾ। ਤੇ ਇਹੋ ਹੀ ਗਿਆਨ ਹੈ। ਬਾਕੀ ਉਹ ਮਨਾ ਕਰ ਰਹੇ ਨੇ ਕਾਫੀ ਚੀਜ਼ਾਂ ਤੋਂ, ਉਹਨਾਂ ਨੂੰ ਨਾ ਕਰੋ। ਇੰਨੇ ਚ ਸਭ ਅੱਜ ਦੀ ਵਿਚਾਰ ਇੱਥੇ ਹੀ ਸਮਾਪਤ। ਹਾਂਜੀ, ਬਿਲਕੁਲ। ਦੇਖ ਲਓ ਗੋਰਖੀ ਸਾਹਿਬ ਜਿਹੜਾ ਹੈਗਾ, ਉਹਨਾਂ ਨੇ ਕਬੀਰ ਸਾਹਿਬ ਦਾ ਜਿਹੜਾ ਹੈਗਾ ਜਿਹੜਾ ਭੋਜਨ ਦੀ ਗੱਲ ਸਮਝਾਈ ਕਬੀਰ ਜੀ ਨੇ। ਉਸ ਤੋਂ ਬਾਅਦ ਜਿਹੜਾ ਹੈਗਾ ਦੇਖੋ ਮਹਾਰਾਜ ਨੇ ਪੰਜਵੀਂ ਪਾਤਸ਼ਾਹੀ ਨੇ ਆਹ ਨਾਮਦੇਵ ਜੀ ਦਾ ਸ਼ਬਦ ਲਾਇਆ, ਉਹਦੇ ਵਿੱਚ ਸਾਰੇ ਕਰਮ ਕਾਂਡ ਕਹਿੰਦੇ ਆ ਛੱਡਣ ਨੂੰ ਕਿਹਾ। ਕਹਿੰਦੇ ਆਹ ਵੀ ਕਰਨਾ ਪਊਗਾ ਜੇ ਤੂੰ ਭਗਤੀ ਕਰਨੀ ਚਾਹੁੰਦਾ ਹੈ ਤੇ। ਹਾਂਜੀ ਵੀਰ ਜੀ, ਬਹੁਤ ਵਧੀਆ। ਹਾਂ, ਉਹਨਾਂ ਨੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਉਸ ਤੋਂ ਬਾਅਦ ਰੋਟੀ ਪਾਣੀ ਛੱਡ ਕੇ ਵੀ ਜੇ ਆਪਾਂ ਏਦਾਂ ਕਰਦੇ ਹਾਂ ਤੇ ਉਹਦੇ ਤੇ ਵੀ ਉਹਨਾਂ ਨੇ ਕੁਐਸਚਨ ਮਾਰਕ ਕੀਤਾ ਕਿ ਵੀ ਨਹੀਂ, ਇਹ ਪਰਮਾਤਮਾ ਇੰਨਾ ਸਸਤਾ ਨਹੀਂ ਹੈਗਾ। ਬਿਲਕੁਲ। ਚਲੋ ਅੱਜ ਦੀ ਵਿਚਾਰ ਇੱਥੇ ਸਮਾਪਤ ਕਰੀਏ ਸਾਧ ਸੰਗਤ ਜੀ। ਬਹੁਤ ਵਧੀਆ ਗੋਰਖੀ ਸਾਹਿਬ। ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ। ਇਹ ਮੇਰੇ ਪਿਤਾ ਗਰੀਬ ਨੂੰ ਆਜ ਬਾਣੀ ਪੜ੍ਹਦੇ ਹਾਂ, ਵਿਚਾਰ ਕਰਦੇ ਹਾਂ, ਬਾਣੀ ਸਰਵਣ ਕਰਦੇ ਹਾਂ। ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ, ਗਲਤੀਆਂ ਹੋ ਗਈਆਂ। ਨਿਦਾਨ ਬੱਚੇ ਸਮਝ ਕੇ ਮਾਫ ਕਰੋ ਕਿ ਤੋਂ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਭੁਗਤੀ ਨਹੀਂ। ਇਹ ਮੇਰੇ ਮਾਲਕ ਅਸੀਂ ਸਾਰੇ ਨਿਰਵਿਚਾਰ ਸਮਾਧੀ ਵਿੱਚ ਪ੍ਰਵੇਸ਼ ਕਰਨਾ ਚਾਹੁੰਦੇ ਹਾਂ। ਮਿਹਰ ਕਰੋ, ਮਿਹਰ ਕਰੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ 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 ਹੁਣ ਸਾਧ ਸੰਗਤ ਤੁਸੀਂ ਚੁੱਪ ਹੋ ਜਾਓ। ਵਾਹਿਗੁਰੂ 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 ਵਾਹਿਗੁਰੂ